ਮਜਬੂਰੀ ਨਹੀਂ, ਜੇ ਦਿਲ ਕਰੇ ਤਾਂ ਖਤ ਲਿਖੀ। ਰਿਸ਼ਤਿਆਂ ਦੀ ਭੀੜ ਚੋਂ ਫੁਰਸਤ ਮਿਲੇ ਤਾਂ ਖਤ ਲਿਖੀ। ਕੌਣ ਜਸ਼ਨਾਂ ਵਿੱਚ ਕਿਸੇ ਨੂੰ ਧਰੇ ਚੇਤੇ ਕਰੇ। ਜ਼ਿੰਦਗੀ ਵਿੱਚ ਜਦ ਕਦੇ ਤਲਖੀ ਵਧੇ ਤਾਂ ਖਤ ਲਿਖੀ। ਹੈ ਬਹਾਰਾਂ ਦਾ ਮੌਸਮ ਤੂੰ ਜਮ ਜਮ ਮਾਣ ਏ। ਤੇਰੇ ਆਂਗਣ ਵਿੱਚ ਜਦ ਪੱਤੇ ਝੜੇ ਤਾਂ ਖਤ ਲਿਖੀ। ਮਹਿੰਦੀ ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖ ਚੋਂ ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖਤ ਲਿਖੀ। ਮੇਰੀ ਬੰਜਰ ਖਾਕ ਨੂੰ ਤਾਂ ਖਾਬ ਤੱਕ ਆਉਣਾ ਨਹੀਂ। ਜਦ ਤੇਰੀ ਮਿੱਟੀ 'ਚ ਕੋਈ ਫੁੱਲ ਖਿੜੇ ਤਾਂ ਖਤ ਲਿਖੀ। ਜ਼ਿੰਦਗੀ ਦੇ ਹਰ ਪੜਾਅ, ਹਰ ਮੋੜ ਤੇ, ਹਰ ਪੈਰ ਤੇ ਜਦ ਉਦਾਸੀ ਵਿੱਚ ਕਦੇ ਵੀ ਦਿਲ ਧੁਖੇ ਤਾਂ ਖਤ ਲਿਖੀ। ਮਹਿਫਲਾਂ ਵਿੱਚ, ਚਾਰ ਯਾਰੀ ਵਿੱਚ, ਕਿਸੇ ਉਤਸਵ 'ਚ ਵੀ ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖਤ ਲਿਖੀ। ਮਹਿਫਲਾਂ ਵਿੱਚ, ਚਾਰ ਯਾਰੀ ਵਿੱਚ, ਕਿਸੇ ਉਤਸਵ 'ਚ ਵੀ ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖਤ ਲਿਖੀ। ਸ਼ਹਿਰ ਪਰਬਤ ਵਾਦੀਆਂ ਜੋ ਵੇਖੇ ਜੋ ਮੇਰੇ ਨਾਲ ਤੂੰ, ਕਿਸ ਤਰ੍ਹਾਂ ਲੱਗੇ ਜੇ ਹੁਣ ਗੁਜ਼ਰੇ ਕਦੇ ਤਾਂ ਖਤ ਲਿਖੀ। ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਤੈਨੂੰ ਨਸੀਬ। ਸਹਿ ਸੁਭਾਵੀ ਅੱਖ ਜੇ ਤੇਰੀ ਭਰੇ ਤਾਂ ਖਤ ਲਿਖੀ। ਜੋ ਤੇਰਾ ਤੀਰਥ ਇਬਾਦਤ ਦੀਨ ਦੁਨੀਆ ਸੀ ਕਦੇ, ਹੁਣ ਕਿਤੇ ਜਗਤਾਰ ਉਹ ਤੈਨੂੰ ਮਿਲੇ ਤਾਂ ਖਤ ਲਿਖੀ। ਜਗਤਾਰ। ਜੰਜੀਰਿਆਂ ਵਿੱਚ ਘਿਰਿਆ ਸਮੁੰਦਰ, ਆਖਰੀ ਗਜ਼ਲ। ਬਹੁਤ ਖੂਬਸੂਰਤ ਗਜ਼ਲ, ਮੁਹੱਬਤ ਦੀ ਗਜ਼ਲ ਤੁਹਾਡੇ ਨਾਲ ਸਾਂਝੀ ਕੀਤੀ। ਅਸਲ ਦੇ ਵਿੱਚ ਅੱਜ ਆਪਾਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਉਹ ਜਗਤਾਰ ਦੀ ਸ਼ਾਇਰੀ ਬਾਰੇ ਕਰਨੀਆਂ, ਜਗਤਾਰ ਦੀ ਕਵਿਤਾ ਬਾਰੇ ਕਰਨੀਆਂ। ਅਤੇ ਜਗਤਾਰ ਦੀ ਕਵਿਤਾ ਵੀ ਅੱਜ ਆਪਾਂ ਚੁਣੀ ਹੈ, ਜੰਜੀਰਿਆਂ ਵਿੱਚ ਘਿਰਿਆ ਸਮੁੰਦਰ। ਜਗਤਾਰ ਬਾਰੇ ਗੱਲ ਕਰਨ ਤੋਂ ਪਹਿਲਾਂ ਕੁਝ ਗੱਲਾਂ ਉਹਦੇ ਜੀਵਨ ਬਾਰੇ ਕਰਨੀਆਂ ਜ਼ਰੂਰੀ ਨੇ। ਕਿ ਜਗਤਾਰ ਦਾ ਜਿਹੜਾ ਜਨਮ ਆ ਅਸਲ ਦੇ ਵਿੱਚ 23 ਮਾਰਚ 1935 ਨੂੰ ਹੋਇਆ, ਰਾਜ ਗੋਪਾਲ ਪਿੰਡ ਜਲੰਧਰ ਕੋਲ। ਅਸਲ ਦੇ ਵਿੱਚ ਤੁਸੀਂ ਬਹੁਤ ਸਾਰੇ ਥਾਵਾਂ 'ਤੇ ਇਹ ਵੀ ਪੜ੍ਹਿਆ ਹੋਵੇਗਾ ਕਿ ਕਿਤੇ ਉਹਦੇ ਪਿਓ ਦਾ ਨਾਂ ਨੱਥਾ ਸਿੰਘ ਲਿਖਿਆ ਅਤੇ ਕਿਤੇ ਜਵਾਹਰ ਸਿੰਘ ਲਿਖਿਆ, ਕਿਤੇ ਮਾਂ ਦਾ ਨਾਂ ਗੁਰਚਰਨ ਕੌਰ ਲਿਖਿਆ ਅਤੇ ਕਿਤੇ ਲక్ష్ਮੀ ਦੇਵੀ ਲਿਖਿਆ। ਅਸਲ ਦੇ ਵਿੱਚ ਉਹ ਗੋਦ ਲੈ ਲਿਆ ਗਿਆ ਸੀ। ਲక్ష్ਮੀ ਦੇਵੀ ਉਹਦੀ ਪਾਲਣ ਵਾਲੀ ਮਾਂ ਸੀ, ਧਰਮ ਦੀ ਮਾਂ ਸੀ, ਜਿਹੜੀ ਮਾਂ ਨੇ ਉਹਨੂੰ ਪਾਲਿਆ ਸੀ। ਜਗਤਾਰ ਛੋਟਾ ਹੁੰਦਾ ਆਪਣੀ ਭੈਣ ਦੇ ਕੋਲ ਸ਼ੇਖੂਪੁਰੇ ਦੇ ਵਿੱਚ, ਜਿਹੜਾ ਹੁਣ ਪਾਕਿਸਤਾਨੀ ਪੰਜਾਬ ਬਣ ਗਿਆ, ਉੱਥੇ ਪੜ੍ਹਦਾ ਸੀ। ਪਰ ਮੈਟ੍ਰਿਕ ਆ ਜਿਹੜੀ ਉਹ ਦੇਸ਼ ਵੰਡ ਤੋਂ ਬਾਅਦ ਇੱਧਰ 1952 ਦੇ ਵਿੱਚ ਕੀਤੀ। 64 ਦੇ ਵਿੱਚ ਉਹਨਾਂ ਦੀ ਸ਼ਾਦੀ ਹੋ ਗਈ ਅਤੇ ਜੀਵਨ ਦੀਆਂ ਕਹਿ ਲਓ ਕਿ 75 ਬਹਾਰਾਂ ਹੰਢਾ ਕੇ ਉਹ 30 ਮਾਰਚ 1910 ਨੂੰ ਇਸ ਸੰਸਾਰ ਤੋਂ ਰੁਖਸਤ ਹੋਏ। ਜਗਤਾਰ ਦੀ ਜ਼ਿੰਦਗੀ 'ਤੇ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤਾਂ ਉਹਦੇ ਵਿੱਚ ਬਹੁਤ ਹਾਦਸੇ ਨੇ, ਤਾਂ ਇਹ ਕਹਿ ਲਓ ਕਿ ਹਾਦਸੇਦਾਰ ਹਾਦਸੇ ਨੇ। ਦੇਸ਼ ਵੰਡ ਉਹਨਾਂ ਦੇ ਸਾਹਮਣੇ ਵਾਪਰੀ, ਮੁਤਬੰਨਾ ਪੁੱਤਰ ਬਣਨਾ, ਮਾਂ ਵੱਲੋਂ ਭਾਵੇਂ ਬਹੁਤ ਪਿਆਰ ਮਿਲਣਾ, ਪਰ ਪਿਤਾ ਦਾ ਜਿਹੜਾ ਧਰਮੀ ਪਿਤਾ ਸੀ ਉਸ ਦਾ ਛੱਡ ਕੇ ਆਸਟ੍ਰੇਲੀਆ ਚਲੇ ਜਾਣਾ। ਪੜ੍ਹਾਈ ਤੋਂ ਤੁਰੰਤ ਬਾਅਦ ਘਰੇਲੂ ਹਾਲਾਤਾਂ ਕਾਰਨ ਨੌਕਰੀ ਲੱਭਣੀ, ਪਹਿਲਾਂ ਸਕੂਲ ਟੀਚਰ ਬਣਨਾ, ਨਾਲ ਨਾਲ ਪ੍ਰਾਈਵੇਟ ਪੜ੍ਹਨਾ, ਸਕੂਲ ਟੀਚਰ ਤੋਂ ਬਾਅਦ ਫਿਰ ਰਿਸਰਚ ਸਕਾਲਰ ਬਣਨਾ, ਫਾਰਸੀ ਦੀ ਐਮ ਏ ਕੀਤੀ, ਉਰਦੂ ਦੀ ਐਮ ਏ ਕੀਤੀ, ਪੰਜਾਬੀ ਦੀ ਐਮ ਏ ਕੀਤੀ, ਫਿਰ ਖੋਜ ਕੀਤੀ, ਪੰਜਾਬੀ ਪਾਕਿਸਤਾਨੀ ਪੰਜਾਬੀ ਸਾਹਿਤ ਦੇ ਉੱਤੇ PhD ਕੀਤੀ। ਅਨੁਵਾਦ 'ਚ ਉਹਨਾਂ ਦੀ ਬਹੁਤ ਜ਼ਿਆਦਾ ਦਿਲਚਸਪੀ ਸੀ। ਉਹਨਾਂ ਨੇ ਉਰਦੂ ਤੋਂ ਅਨੁਵਾਦ ਕੀਤਾ ਪੰਜਾਬੀ ਦੇ ਵਿੱਚ, ਫੈਜ਼ ਨੂੰ ਅਨੁਵਾਦ ਕੀਤਾ, ਕਰਤੁਲਨ ਐਨ ਹੈਦਰ ਨੂੰ ਅਨੁਵਾਦ ਕੀਤਾ, ਲਿਪੀ ਅੰਤਰ ਬਹੁਤ ਕੀਤਾ, ਪਾਕਿਸਤਾਨੀ ਗਜ਼ਲ ਦਾ ਇੱਧਰ ਲਿਪੀ ਅੰਤਰ ਕੀਤਾ, ਸਲੀਮ ਖਾਂ ਗਿੰਮੀ ਦੀਆਂ ਰਚਨਾਵਾਂ ਦਾ ਲਿਪੀ ਅੰਤਰ ਕੀਤਾ। ਘਮੱਕੜ ਸੁਭਾਅ ਦੇ ਸੀ, ਤੋਰਾ ਫੇਰਾ ਉਹਨਾਂ ਨੂੰ ਚੰਗਾ ਲੱਗਦਾ ਸੀ। ਖਾਸ ਕਰਕੇ ਪੁਰਾਣੇ ਕਿਲੇ, ਮਕਬਰੇ, ਸਰਾਵਾਂ, ਇਹਨਾਂ ਵਿੱਚ ਦਿਲਚਸਪੀ ਸੀ। ਪੁਰਾਣੇ ਸਿੱਕੇ ਇਕੱਤਰ ਕਰਨ ਦਾ ਉਹਨਾਂ ਨੂੰ ਸ਼ੌਕ ਸੀ। ਫੋਟੋਗ੍ਰਾਫੀ ਦਾ ਉਹਨਾਂ ਨੂੰ ਸ਼ੌਕ ਸੀ ਅਤੇ ਲਿਖਣ ਦਾ ਮੁੱਢ ਤੋਂ ਹੀ ਸ਼ੌਕ ਸੀ। ਇੱਕ ਤਰ੍ਹਾਂ ਨਾਲ ਲਗਭਗ ਉਹਨਾਂ ਨੇ ਕੋਈ ਅੱਧੀ ਸਦੀ ਤੋਂ ਵੱਧ ਸਮਾਂ ਲਿਖਿਆ। ਉਹਨਾਂ ਦੀ ਜਿਹੜੀ ਪਹਿਲੀ ਕਿਤਾਬ ਆ ਰੁੱਤਾਂ ਰਾਂਗਲੀਆਂ,
1957 ਵਿੱਚ ਛਪਦੀ ਹੈ। ਨਿਸ਼ਚੈ ਹੀ ਉਦੋਂ ਪਹਿਲਾਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਹੋਊਗਾ। 1960 ਦੇ ਵਿੱਚ ਤਲਖੀਆਂ ਰੰਗੀਨੀਆਂ ਛਪਦੀ ਹੈ। 61 ਵਿੱਚ ਦੁੱਧ ਪੱਥਰੀ ਛਪਦੀ ਹੈ। 67 ਵਿੱਚ ਅਧੂਰਾ ਆਦਮੀ ਛਪਦੀ ਹੈ। 73 ਵਿੱਚ ਲਹੂ ਦੇ ਨਕਸ਼ ਛਪਦੀ ਹੈ। 76 'ਚ ਛਾਂਗਿਆ ਰੁੱਖ ਛਪਦੀ ਹੈ। 80 ਦੇ ਵਿੱਚ ਸ਼ੀਸ਼ੇ ਦੇ ਜੰਗਲ ਛਪਦੀ ਹੈ। 85 ਦੇ ਵਿੱਚ ਜੰਜੀਰਿਆਂ ਵਿੱਚ ਘਿਰਿਆ ਆਦਮੀ, ਜੰਜੀਰਿਆਂ ਵਿੱਚ ਘਿਰਿਆ ਸਮੁੰਦਰ ਆ ਜਿਹੜਾ, ਉਹ ਸੰਗ੍ਰਹਿ ਛਪਦਾ ਹੈ, ਜੰਜੀਰਿਆਂ ਵਿੱਚ ਘਿਰਿਆ ਸਮੁੰਦਰ। 90 ਵਿੱਚ ਉਹ ਨੁਕਰੀ ਸ਼ਾਮ ਛਪਦੀ ਹੈ। 92 ਦੇ ਵਿੱਚ ਜੁਗਨੂ ਦੀਵਾ ਤੇ ਦਰਿਆ ਛਪਦੀ ਹੈ, ਜਿਹਨੂੰ ਫਿਰ ਬਾਅਦ ਦੇ ਵਿੱਚ ਭਾਰਤੀ ਸਾਹਿਤ ਅਕੈਡਮੀ ਦਾ ਇਨਾਮ ਵੀ ਮਿਲਦਾ। ਫਿਰ ਅੱਖਾਂ ਵਾਲੀਆਂ ਪੈੜਾਂ ਛਪਦੀ ਹੈ। 2003 ਦੇ ਵਿੱਚ ਪ੍ਰਵੇਸ਼ ਦੁਆਰ ਛਪਦੀ ਹੈ। 2006 ਦੇ ਵਿੱਚ ਮੋਮ ਦੇ ਲੋਕ ਗਜ਼ਲ ਸੰਗ੍ਰਹਿ ਛਪਦਾ। ਉਸ ਤੋਂ ਬਾਅਦ ਵੀ ਉਹ ਤਾਂ ਉਮਰ ਲਿਖਦੇ ਰਹੇ, ਆਪਣੇ ਹਯਾਤੀ ਦੇ ਆਖਰੀ ਦਿਨ ਤੱਕ ਕਹਿ ਲਓ ਕਿ ਉਹ ਲਿਖਦੇ ਰਹੇ। ਅੱਧੀ ਸਦੀ ਤੋਂ ਵੱਧ ਦਾ ਸਮਾਂ ਜਿਹਦੇ ਵਿੱਚ ਉਹਨਾਂ ਨੇ ਲਿਖਿਆ ਨਜ਼ਮਾਂ ਵੀ ਲਿਖੀਆਂ, ਗਜ਼ਲਾਂ ਵੀ ਲਿਖੀਆਂ, ਗੀਤ ਵੀ ਲਿਖੇ, ਖੁੱਲ੍ਹੀ ਕਵਿਤਾ ਵੀ ਲਿਖੀ, ਅਨੁਵਾਦ ਵੀ ਕੀਤਾ, ਲਿਪੀਅੰਤਰ ਵੀ ਕੀਤਾ, ਅਨੁਵਾਦ ਵੀ ਕੀਤਾ, ਤੇ ਇਸ ਦੇ ਨਾਲ ਹੀ ਖੋਜ ਵੀ ਕੀਤੀ ਤੇ ਪਾਕਿਸਤਾਨੀ ਸਾਹਿਤ ਦੇ ਉੱਤੇ ਖੋਜ ਕੀਤੀ। ਤਾਂ ਇੱਕ ਲੰਮਾ ਸਫ਼ਰ ਆ। ਤੇ ਇਸ ਸਮੇਂ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰੀਆਂ ਧਾਰਾਵਾਂ, ਬਹੁਤ ਸਾਰੀਆਂ ਕਹਿ ਸਕਦੇ ਹਾਂ ਕਿ ਕਾਵਿ ਪ੍ਰਵਿਰਤੀਆਂ ਹਾਵੀ ਰਹੀਆਂ। ਜਿਸ ਸਮੇਂ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਉਸ ਸਮੇਂ ਪ੍ਰਗਤੀਵਾਦ ਦਾ ਦੌਰ ਸੀ। ਉਸ ਤੋਂ ਬਾਅਦ ਪ੍ਰਯੋਗਸ਼ੀਲ ਲਹਿਰ ਦੇ ਵੀ ਉਹ ਸਮਵਿਅਥੀ ਲਿਖਦੇ ਰਹੇ। ਤੇ ਪ੍ਰਯੋਗਸ਼ੀਲ ਲਹਿਰ ਤੋਂ ਬਾਅਦ ਜੇ ਪੰਜਾਬ ਦੇ ਵਿੱਚ ਨਕਸਲਬਾੜੀ ਦੌਰ ਆਇਆ ਤਾਂ ਨਕਸਲਬਾੜੀ ਦੌਰ ਦੇ ਨਾਲ ਵੀ ਲਿਖਦੇ ਹੀ ਰਹੇ, ਲਹੂ ਦੇ ਨਕਸ਼ ਖਾਸ ਕਰਕੇ। ਤੇ ਫਿਰ ਜੇ ਪੰਜਾਬ ਸੰਕਟ ਦਾ ਦੌਰ ਆਇਆ ਤਾਂ ਪੰਜਾਬ ਸੰਕਟ ਦੇ ਦੌਰ ਸਮੇਂ ਵੀ ਉਹ ਲਿਖਦੇ ਰਹੇ। ਤੇ ਜਦੋਂ ਕਹਿ ਸਕਦੇ ਹਾਂ ਕਿ ਨਵਾਂ ਯੁੱਗ ਆਇਆ, ਉੱਤਰ ਆਧੁਨਿਕਤਾ ਦਾ ਯੁੱਗ ਆਇਆ, ਤੇ ਉਸ ਸਮੇਂ ਵੀ ਉਹ ਲਿਖ ਰਹੇ ਸੀ। ਤਾਂ ਉਹਦੀ ਕਵਿਤਾ ਦੇ ਵਿੱਚ ਪਾਸ਼ ਵਾਂਗ ਥੋੜ੍ਹਾ ਸਮਾਂ ਜਿਵੇਂ ਪਾਸ਼ ਰਿਹਾ, ਸ਼ਿਵ ਕੁਮਾਰ ਥੋੜ੍ਹਾ ਸਮਾਂ ਰਿਹਾ, ਉਹਨਾਂ ਦਾ ਅਕਹਿਰਾ ਰੰਗ ਆ। ਪਰ ਕਿਉਂਕਿ ਜਗਤਾਰ ਦਾ ਜਿਹੜਾ ਲਿਖਣ ਕਾਲ ਆ ਉਹ ਬਹੁਤ ਲੰਮੇ ਸਮੇਂ ਦੇ ਵਿੱਚ ਫੈਲਿਆ ਹੋਇਆ, ਇਸ ਕਰਕੇ ਉਹਦੇ ਵਿੱਚ ਤੁਹਾਨੂੰ ਸਾਰੇ ਹੀ ਵਿਸ਼ੇ ਮਿਲ ਜਾਂਦੇ। ਹੁਣੇ ਹੀ ਅਸੀਂ ਜਿਹੜੀ ਪਹਿਲਾਂ ਆਰੰਭ ਦੇ ਵਿੱਚ ਹੀ ਗਜ਼ਲ ਪੜ੍ਹੀ ਸੀ, ਮੁਹੱਬਤ ਦੀ ਗਜ਼ਲ ਸੀ। ਤਾਂ ਮੁਹੱਬਤ ਦੇ ਬਾਰੇ ਉਹਨਾਂ ਦੀ ਬਹੁਤ ਜ਼ਿਆਦਾ, ਮੁਹੱਬਤ ਦੀਆਂ ਬਹੁਤ ਸਾਰੀਆਂ ਗਜ਼ਲਾਂ ਨੇ, ਬਹੁਤ ਸਾਰੇ ਸ਼ੇਅਰ ਨੇ, ਬਹੁਤ ਸਾਰੀਆਂ ਕਵਿਤਾਵਾਂ ਨੇ ਜਿਹੜੀਆਂ ਮੁਹੱਬਤ ਨਾਲ ਸੰਬੰਧਿਤ ਨੇ। ਤਾਂ ਮੁਹੱਬਤ ਵੀ ਉਹਨਾਂ ਦੀ ਸਾਰੇ ਕਿਸਮ ਦੀ ਮੁਹੱਬਤ ਵੀ ਆ, ਪਹਿਲੀ ਨਜ਼ਰ ਵਾਲੀ ਮੁਹੱਬਤ ਵੀ ਆ, ਪ੍ਰੌੜ ਉਮਰ ਵਾਲੀ ਮੁਹੱਬਤ ਵੀ ਆ, ਤੇ ਪਿਆਰ ਦੀ ਜਿਹੜੀ ਤਰਕੋਣ ਬਣਦੀ ਆ ਉਸ ਕਿਸਮ ਦੀ ਮੁਹੱਬਤ ਵੀ ਉਹਨਾਂ ਦੀਆਂ ਸ਼ਾਇਰੀ ਦੇ ਵਿੱਚ ਮਿਲ ਜਾਂਦੀ ਹੈਗੀ। ਬਹੁਤ ਸਾਰੇ ਸ਼ੇਅਰ ਆ ਜਿਹੜੇ ਉਹਦੇ ਮੁਹੱਬਤ ਨਾਲ ਸੰਬੰਧਿਤ ਆ। ਬਹੁਤ ਸਾਰੀਆਂ ਕਵਿਤਾਵਾਂ ਨੇ, ਜਿਵੇਂ ਉਹਨੇ ਕਵਿਤਾ ਹੈਗੀ ਆ ਕਿ ਜਿਹੜੇ ਔਰਤ ਮਰਦ ਦੇ ਸੰਬੰਧਾਂ ਨੂੰ ਦਰਸਾਉਂਦੀ ਆ, ਖਾਸ ਕਰਕੇ ਜਦੋਂ ਤਰਕੋਣ ਬਣਦੀ ਹੈਗੀ ਆ, ਦੋ ਪ੍ਰੇਮਿਕਾਵਾਂ ਹੋ ਜਾਂਦੀਆਂ, ਜਾਂ ਪਤਨੀ ਤੋਂ ਬਾਹਰ ਪ੍ਰੇਮਿਕਾ ਹੋ ਜਾਂਦੀ ਆ, ਜਾਂ ਪ੍ਰੇਮਿਕਾ ਦਾ ਦੋ ਪ੍ਰੇਮੀ ਹੋ ਜਾਂਦੇ ਆ। ਅਜਿਹੀਆਂ ਸਮੱਸਿਆ ਨੂੰ ਤਿੜਕੇ ਜਿਸਮ ਵੀ ਇੱਕ ਦੂਸਰੇ ਵਿੱਚੋਂ ਸਬੂਤੇ ਲੰਘ ਗਏ, ਇਸ ਕਿਸਮ ਦੇ ਭਾਵਾਂ ਨੂੰ ਜਗਤਾਰ ਹੀ ਪਕੜ ਸਕਦਾ ਸੀ। ਉਸ ਦੀਆਂ ਜੰਜੀਰਿਆਂ ਵਿੱਚ ਘਿਰਿਆ ਸਮੁੰਦਰ ਆ ਜਿਹੜਾ, ਤੁਸੀਂ ਬਹੁਤ ਸਾਰੀਆਂ ਕਵਿਤਾਵਾਂ ਪੜ੍ਹ ਸਕਦੇ ਆ। ਜੇ ਤੁਸੀਂ ਸਿਰਫ ਉਦਾਹਰਨ ਵਜੋਂ ਇੱਕ ਕਵਿਤਾ ਪੜ੍ਹਨੀ ਹੋਵੇ ਤੇ ਕਵਿਤਾ ਪੜ੍ਹ ਸਕਦੇ ਆ ਕਿ ਕਹਿ ਸਕਦੇ ਹਾਂ ਕਿ ਜਦੋਂ ਬੰਦਾ ਕੁਝ ਨੂੰ ਮਿਲਿਆ ਹੋਵੇ, ਕੁਝ ਨੂੰ ਦੇਰ ਬਾਅਦ ਫਿਰ ਦੁਬਾਰਾ ਮਿਲੇ ਤਾਂ ਕਿਸ ਤਰ੍ਹਾਂ ਲੱਗਦਾ। ਮੁੱਦਤਾਂ ਤੋਂ ਬਾਅਦ ਅੱਜ ਉਹ ਜਦ ਮਿਲੀ, ਮੈਂ ਪੁੱਛਿਆ ਘਰ 'ਚ ਤਾਂ ਸੁੱਖ ਸਾਂਦ ਹੈ, ਜ਼ਿੰਦਗੀ ਕਿੱਕੋਂ ਗੁਜ਼ਰਦੀ ਹੈ, ਸੁਣਾ ਕੀ ਹਾਲ ਨੇ, ਕਿਸ ਤਰ੍ਹਾਂ ਹੈ ਸੁਭਾਅ ਉਸਦਾ ਤੇ ਕੈਸੇ ਬਾਲ ਨੇ। ਆਪਣੀ ਆਦਤ ਮੁਤਾਬਕ ਮੁਸਕਰਾ ਕੇ ਕਹਿਣ ਲੱਗੀ ਜ਼ਿੰਦਗੀ ਤਾਂ ਹੁਣ ਬਰਾਏ ਨਾਮ ਹੈ, ਹੁਣ ਤਾਂ ਹਰ ਪਲ ਹੈ ਪਰਾਇਆ, ਨਾ ਕੋਈ ਆਪਣਾ ਸਵੇਰਾ ਹੈ ਨਾ ਕੋਈ ਸ਼ਾਮ ਹੈ। ਇਸੇ ਤਰ੍ਹਾਂ ਹੀ ਜਿਹੜੀ ਮੈਂ ਪਹਿਲਾਂ ਕਵਿਤਾ ਦੀ ਗੱਲ ਕੀਤੀ ਸੀ, ਤਿੜਕੇ ਜਿਸਮਾਂ ਦੀ ਦਾਸਤਾਂ, ਤਾਂ ਮੁਹੱਬਤ ਬਾਰੇ ਉਹਨਾਂ ਦੇ ਬਹੁਤ ਸਾਰੇ ਸ਼ੇਅਰ ਨੇ। ਤੇ ਸ਼ਾਇਰ ਕਿੱਥੇ ਕਿੱਥੇ ਤੁਰ ਫਿਰ ਆਉਂਦਾ, ਇਹਦੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ। ਪਰ ਜਿਹੜਾ ਸ਼ਾਇਰ ਆ ਉਹ ਇੱਕ ਉਹਨਾਂ ਦਾ ਬਹੁਤ ਪ੍ਰਸਿੱਧ ਸ਼ੇਅਰ ਹੈਗਾ ਕਿ
ਤੇਰੇ ਜਿਸਮ ਦੀ ਜੰਜੀਰ ਨਾ ਜਿਸ ਨੂੰ ਅਟਕਾ ਸਕੀ, ਭੁੱਲ ਜਾ ਕਿ ਉਹ ਮੁਸਾਫਰ ਕਦੇ ਪਰਤ ਆਵੇਗਾ। ਥੋੜ੍ਹਾ ਬਹੁਤੇ ਸ਼ੇਅਰ ਦੀਆਂ ਇਹ ਲਾਈਨਾਂ ਅੱਗੇ ਪਿੱਛੇ, ਲਾਈਨਾਂ ਦੇ ਵਿੱਚ ਸ਼ਬਦ ਅੱਗੇ ਪਿੱਛੇ ਹੋ ਸਕਦੇ ਆ, ਇਸ ਕਿਸਮ ਦਾ ਸ਼ੇਅਰ ਆ। ਤਾਂ ਇੱਕ ਮੁਲਾਕਾਤ ਦੇ ਵਿੱਚ ਉਹਨਾਂ ਨੂੰ ਪੁੱਛਿਆ ਕਿ ਇਹ ਸ਼ੇਅਰ ਤੁਹਾਡਾ ਕਿਸ ਬਾਰੇ ਹੈ? ਉਹ ਕਹਿੰਦਾ ਇਹ ਸ਼ੇਅਰ ਮੇਰਾ ਮਾਂ ਬਾਰੇ ਹੈ। ਮਾਂ ਕਿਹੜੀ ਬਾਰੇ? ਲక్ష్ਮੀ ਦੇਵੀ ਬਾਰੇ, ਕਿ ਜਿਸ ਨੂੰ ਉਸ ਦਾ ਮੈਂ ਕਿ ਘਰ ਵਾਲਾ ਯਾਨੀ ਕਿ ਜਗਤਾਰ ਦਾ ਬਾਪ ਆਸਟ੍ਰੇਲੀਆ ਚਲਿਆ ਗਿਆ ਸੀ ਛੱਡ ਕੇ। ਤਾਂ ਉਹ ਕਹਿੰਦਾ ਕਿ ਮੈਂ ਆਪਣੀ ਮਾਂ ਲਈ ਸ਼ੇਅਰ ਲਿਖਿਆ ਸੀ। ਤਾਂ ਉਹ ਜਿਹੜੇ ਸ਼ਾਇਰ ਲੋਕ ਹੁੰਦੇ ਆ ਉਹ ਸਿਰਫ ਮੁਹੱਬਤ ਦੇ ਸ਼ੇਅਰ ਹੀ ਨਹੀਂ ਕਹਿੰਦੇ, ਉਹ ਮੁਹੱਬਤ ਦੀਆਂ ਮਜਬੂਰੀਆਂ, ਬੇਵਫਾਈ, ਤਨਹਾ, ਇਹਨਾਂ ਚੀਜ਼ਾਂ ਨੂੰ ਵੀ ਪੇਸ਼ ਕਰਦੇ ਆ। ਜਗਤਾਰ ਆਪਣੇ ਬਾਪ ਦੇ ਮੁਕਾਬਲੇ ਮਾਂ ਨਾਲ ਵਧੇਰੇ ਜੁੜਿਆ ਹੋਇਆ ਸੀ। ਤਾਂ ਮੈਂ ਇੱਕ ਗੱਲ ਪਹਿਲਾਂ ਵੀ ਕਿਸੇ ਥਾਂ ਹੋਰ ਪ੍ਰਸੰਗ ਦੇ ਵਿੱਚ ਕਹੀ ਆ ਕਿ ਪੰਜਾਬ ਦੇ ਜਿਹੜੇ 3 ਸ਼ਾਇਰ ਨੇ, ਤਿੰਨੇ ਦੁਆਬੇ ਨਾਲ ਸੰਬੰਧਿਤ ਨੇ, ਜਗਤਾਰ, ਪਾਤਰ ਤੇ ਪਾਸ਼। ਤਿੰਨਾਂ ਦੇ ਜਿਹੜੇ ਪਿਓ ਆ ਉਹ ਬਚਪਨ ਦੇ ਵਿੱਚ ਉਹਨਾਂ ਕੋਲ ਨਹੀਂ ਸੀ। ਨਾ ਜਗਤਾਰ ਦਾ ਪਿਓ ਕੋਲ ਸੀ, ਨਾ ਪਾਤਰ ਦਾ ਪਿਓ ਕੋਲ ਸੀ, ਨਾ ਪਾਸ਼ ਦਾ ਪਿਓ ਕੋਲ ਸੀ। ਪਾਸ਼ ਦਾ ਪਿਓ ਫੌਜ ਕਰਕੇ, ਪਾਤਰ ਦਾ ਪਿਓ ਦੂਰ ਕਮਾਈ ਕਰਨ ਕਰਕੇ ਗਿਆ, ਤੇ ਜਗਤਾਰ ਦਾ ਜਿਹੜਾ ਪਿਤਾ ਉਹ ਵੈਸੇ ਹੀ ਚਲਿਆ ਗਿਆ। ਪਰ ਪਾਸ਼ ਦਾ ਤੇ ਪਾਤਰ ਦਾ ਜਿਹੜਾ ਆਪਣੇ ਬਾਪ ਪ੍ਰਤੀ ਰਵੱਈਆ ਹੋਰ ਤਰ੍ਹਾਂ ਦਾ, ਪਰ ਜਿਹੜਾ ਜਗਤਾਰ ਉਹ ਬਹੁਤ ਜ਼ਿਆਦਾ ਆਪਣੀ ਮਾਂ ਨਾਲ ਜੁੜਿਆ ਹੋਇਆ। ਤਾਂ ਮਾਂ ਨਾਲ ਜੁੜਨ ਕਰਕੇ ਤੇ ਮੁਹੱਬਤ ਦਾ ਸ਼ਾਇਰ ਹੋਣ ਕਰਕੇ ਔਰਤ ਦੇ ਹੱਕ ਵਿੱਚ ਉਹਦੀ ਬਹੁਤ ਜ਼ਿਆਦਾ ਕਵਿਤਾ ਹੈਗੀ। ਜਿਹੜੀ ਪਹਿਲੀ ਕਵਿਤਾ ਹੈਗੀ ਹੈ ਇਸ ਸੰਗ੍ਰਹਿ ਦੀ, ਜੰਜੀਰਿਆਂ ਵਿੱਚ ਘਿਰੇ ਸਮੁੰਦਰ ਦੀ, ਉਹ ਤਾਂ ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਹੈ ਕਿ ਹੈ ਹੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੀ ਸਵੈ ਜੀਵਨੀ ਮੂਲਕ ਆ। ਉਹ ਆਪਦੀ ਮਾਂ ਦੀ ਹੀ ਗੱਲ ਕਰਦਾ। ਜਿਸ ਜਨਮ ਦਿੱਤਾ ਸੀ ਉਸ ਮਾਂ ਦਾ ਬੜਾ ਉਪਕਾਰ ਹੈ, ਸਤਿਕਾਰ ਹੈ, ਅਧਿਕਾਰ ਹੈ। ਜਿਸ ਪਿਓ ਦਾ ਪੁੱਤ ਹਾਂ ਉਸ ਦਾ ਵੀ ਅਕਸਰ ਲੋਕ ਨਾਂ ਲੈਂਦੇ ਹੀ ਰਹਿੰਦੇ। ਬੇਔਲਾਦੀ ਜਿਸ ਮਾਂ ਨੇ, ਪਰ ਸੁਹਾਗਣ ਹੁੰਦਿਆਂ ਸੁੰਦਿਆਂ ਵੀ ਸੀ ਵਿਧਵਾ ਕਹਾਇਆ। 100 ਤਰ੍ਹਾਂ ਦੀ ਈਨ ਮੰਨ ਕੇ 100 ਮਥਾਜੀ ਨਾਲ ਮੈਨੂੰ ਸੀ ਦਰਾਣੀ ਤੋਂ ਲਿਆ। ਪਾਲਿਆ ਤੇ ਪੋਸਿਆ, ਮੁੜ ਸਕੂਲੇ ਦਾਖਲੇ ਵੇਲੇ ਭਰੇ ਮਨ ਨਾਲ ਉਸਨੇ ਮੇਰੇ ਵਲਦੀਅਤ ਦੇ ਖਾਨੇ ਵਿੱਚ ਫਿਰ ਉਸੇ ਹੀ ਪਤੀ ਦਾ ਨਾਂ ਲਿਖਾਇਆ। ਤੇ ਸਕੂਲੋਂ ਬਾਹਰ ਆ ਕੇ ਕਈ ਵਾਰ ਥੁੱਕਿਆ ਤੇ ਕਈ ਵਾਰੀ ਮੇਰਾ ਮੂੰਹ ਚੁੰਮਿਆ, ਜਿਸ ਤਰ੍ਹਾਂ ਕੋਈ ਨਮ ਪੀ ਕੇ ਪਤਾਸੇ ਮੂੰਹ 'ਚ ਰੱਖਦਾ। ਤੇ ਫਿਰ ਘਰ ਆ ਕੇ ਸ਼ਹੀਦੀ ਦੇਗ ਚਾੜੀ ਤੇ ਦੁਆ ਕੀਤੀ, ਵਾਹਿਗੁਰੂ ਇਹ ਪਿਓ ਦੀ ਬਹਿਣੀ ਨਾ ਬਵੇ, ਉਹਦੀ ਲੀਹੇ ਨਾ ਤੁਰੇ, ਉਸ ਪਰੇਡੇ ਜਾਣੇ ਦਾ ਸਾਇਆ ਵੀ ਇਸ 'ਤੇ ਨਾ ਪਵੇ। ਅੱਜ ਉਸ ਦਾ ਨਾਮ ਮੈਂ ਗੈਰ ਸਰਕਾਰੀ ਜਾਂ ਸਰਕਾਰੀ ਕਿਸੇ ਕਾਗਜ਼ ਜਾਂ ਵਲਦੀਅਤ ਦੇ ਖਾਨੇ ਲਿਖ ਨਹੀਂ ਸਕਦਾ, ਜਦੋਂ ਤਾਂ ਭਰੇ ਪੀਤੇ ਦਾ ਜੀ ਕਰਦਾ ਕਿ ਸਭ ਡਿਗਰੀਆਂ ਤੇ ਦਸਤਾਵੇਜ਼ ਫੂਕ ਸਿੱਟਾਂ, ਜਾਂ ਮੈਂ ਵਲਦੀਅਤ ਦੇ ਖਾਨੇ ਵਿੱਚ ਲਿਖ ਦੇਵਾਂ ਲక్ష్ਮੀ ਦੇਵੀ ਲਿਖ ਦੇਵਾਂ। ਅਸਲ ਦੇ ਵਿੱਚ ਜਗਤਾਰ ਇਹ ਆਪਣੀ ਸਵੈ ਜੀਵਨੀ ਮੂਲਕ ਨਜ਼ਮ ਦੇ ਰਾਹੀਂ ਸਿਰਫ ਇਹ ਹੀ ਨਹੀਂ ਕਹਿੰਦਾ ਕਿ ਮੈਂ ਜਿਹੜਾ ਹੈਗਾ ਉਹ ਮੇਰੇ ਚਾਚੇ ਨੇ ਮੈਨੂੰ ਗੋਦ ਲੈ ਲਿਆ ਸੀ, ਕਿਉਂਕਿ ਚਾਚੇ ਦੇ ਕੋਈ ਬੱਚਾ ਨਹੀਂ ਸੀ, ਪਰ ਆਪ ਬਾਹਰ ਚਲਿਆ ਗਿਆ ਤੇ ਮਾਂ ਨੇ ਉਦੋਂ ਮਾ ਕੇ ਤਾਈ ਨੇ ਜਿਹੜਾ ਉਦੋਂ ਪਾਲਿਆ। ਇਹ ਤਾਂ ਉਹਨੇ ਗੱਲ ਲਿਖ ਦਿੱਤੀ ਇਹਦੇ ਵਿੱਚ। ਪਰ ਜਿਹੜੀ ਅਸਲ ਗੱਲ ਹੈਗੀ ਕਿ ਇਸ ਨਜ਼ਮ ਦੇ ਬਹਾਨੇ ਉਹਨੇ ਇੱਕ ਬਹੁਤ ਵੱਡਾ ਪ੍ਰਸ਼ਨ ਉਠਾਇਆ। ਉਹ ਪ੍ਰਸ਼ਨ ਇਹ ਉਠਾਇਆ ਕਿ ਆਖਰ ਔਰਤ ਜਨਮ ਦਿੰਦੀ ਆ ਪਰ ਉਹਦਾ ਨਾਂ ਨਹੀਂ। ਇਹ ਪਿਤਰੀ ਸੱਤਾ ਦੀ ਗੱਲ ਆ, ਪਿਤਰੀ ਸੱਤਾ ਨੂੰ ਲਲਕਾਰਦਾ ਕਿ ਅਸਲ 'ਚ ਤਾਂ ਇਹ ਪਿਤਰੀ ਸੱਤਾ ਦੀ ਗੱਲ ਹੈ ਕਿ ਕਿਉਂ ਨਹੀਂ ਉਹਦਾ ਨਾਂ ਲਿਖਿਆ ਜਾਂਦਾ। ਹੁਣ ਤੁਹਾਨੂੰ ਪਤਾ ਹੈ ਕਿ ਜਿਹੜੇ ਸਾਡੀ ਉਮਰ ਦੇ ਬੰਦੇ ਨੇ ਉਹਨਾਂ ਦੇ ਮੈਟ੍ਰਿਕ ਦਾ ਜਿਹੜਾ ਸਰਟੀਫਿਕੇਟ ਆ ਉਹਦੇ ਵਿੱਚ ਸਿਰਫ ਪਿਓ ਦਾ ਨਾਂ ਹੈ, ਪਰ ਜਿਹੜੇ ਅੱਜ ਕੱਲ੍ਹ ਦੇ ਬੱਚੇ ਨੇ ਜਿਹੜੇ ਹੁਣ ਜਿਨ੍ਹਾਂ ਨੂੰ ਮੈਟ੍ਰਿਕ ਦੇ ਸਰਟੀਫਿਕੇਟ ਮਿਲਦੇ ਉਹਨਾਂ ਦੇ ਵਿੱਚ ਮਾਂ ਦਾ ਨਾਂ ਵੀ ਦਰਜ ਆ। ਇਹ ਇੱਕ ਸ਼ਾਇਰਾਂ ਦੀ ਕਈ ਵਾਰ ਦੁਆ ਜਿਹੜੀ ਉਹ ਕਬੂਲ ਹੋ ਜਾਂਦੀ ਹੈ। ਦੂਸਰਾ ਜਿਹੜਾ ਵੱਡਾ ਸਰੋਕਾਰ ਆ, ਜੇ ਮੁਹੱਬਤ ਤੇ ਔਰਤ ਦੇ ਹੱਕ ਵਿੱਚੋਂ ਗੱਲ ਕਰੀਏ ਤਾਂ ਜਿਹੜਾ ਵੱਡਾ ਸਰੋਕਾਰ ਆ ਉਹਦੀ ਕਵਿਤਾ ਦਾ, ਉਹ ਅਮਨ ਦੇ ਹੱਕ ਦਾ ਹੈਗਾ। ਵੈਸੇ ਤਾਂ ਪ੍ਰਗਤੀਵਾਦੀਆਂ ਦਾ ਮਨਪਸੰਦ ਵਿਸ਼ਾ ਸੀਗਾ ਕਿ ਉਹ ਅਮਨ ਦੇ ਹੱਕ ਦੀ ਗੱਲ ਕਰਦੇ, ਪਰ ਜਿਹੜਾ ਜਗਤਾਰ ਆ ਉਹ ਅਮਨ ਦੀ ਜਿਹੜੀ ਗੱਲ ਕਰਦਾ ਉਹ ਇਸ ਕਰਕੇ ਵੀ ਕਰਦਾ ਕਿ ਅਮਨ ਲਹਿਰ ਦਾ ਅੰਗ ਹੋਣ ਕਰਕੇ ਵੀ, ਤੇ ਸਭ ਤੋਂ ਵੱਡੀ ਗੱਲ ਕਿ ਉਹਦੀ ਪਾਕਿਸਤਾਨ ਨਾਲ ਬਹੁਤ ਭਾਵਕ ਸਾਂਝਦਾਰੀ ਆ। ਪਾਕਿਸਤਾਨ ਨਾਲ, ਪਾਕਿਸਤਾਨੀ ਅਦਬ ਨਾਲ, ਪਾਕਿਸਤਾਨੀ ਸ਼ਾਇਰਾਂ ਨਾਲ, ਉਰਦੂ ਨਾਲ, ਫਾਰਸੀ ਨਾਲ ਉਹਦੀ ਇੱਕ ਨੇੜਤਾ ਹੈ। ਉਹਦਾ ਇਹ ਕਹਿ ਲਓ ਕਿ ਬਚਪਨ ਦੀਆਂ ਯਾਦਾਂ ਵੀ ਕਾਰਨ ਕਰਕੇ ਵੀ, ਤੇ ਬਾਅਦ ਦੀਆਂ ਦੋਸਤੀਆਂ ਕਾਰਨ ਵੀ ਉਹ ਪਾਕਿਸਤਾਨ ਨੂੰ ਇੱਕ ਤਰ੍ਹਾਂ ਨਾਲ ਦੂਜਾ ਘਰ ਹੀ ਸਮਝਦਾ। ਤਾਂ ਨਿਸ਼ਚੈ ਹੀ ਉਹਦੀਆਂ ਬਹੁਤ ਸਾਰੀਆਂ ਕਵਿਤਾਵਾਂ ਹੈ। ਉਹਨਾਂ ਵਿੱਚੋਂ ਇੱਕ ਕਵਿਤਾ ਜਿਹੜੀ ਹੈਗੀ ਉਹ ਇਸ ਕਰਕੇ ਮੈਨੂੰ ਬਹੁਤ ਖੂਬਸੂਰਤ ਲੱਗਦੀ ਹੈ ਕਿ ਉਹਦੇ ਵਿੱਚ ਜਿਹੜਾ ਬਿੰਬ ਆ ਉਹ ਬਹੁਤ ਕਮਾਲ ਦਾ ਬਿੰਬ ਹੈਗਾ ਕਿ ਤੋਪ ਦੇ ਮੂੰਹ ਵਿੱਚ ਆਲਣਾ ਪਾਉਣਾ। ਅਸਲ ਦੇ ਵਿੱਚ ਤੋਪ ਦੇ ਮੂੰਹ ਦੇ ਵਿੱਚ ਜਿਹੜਾ ਆਲਣਾ ਪਾਉਣਾ ਹੈ, ਤੋਪ ਆ ਜਿਹੜੀ ਉਹ ਮੌਤ ਦਾ ਪ੍ਰਤੀਕ ਆ, ਜੰਗ ਦਾ ਪ੍ਰਤੀਕ ਆ, ਨਫ਼ਰਤ ਦਾ ਪ੍ਰਤੀਕ ਆ, ਅੱਗ ਦਾ ਪ੍ਰਤੀਕ ਆ।
ਪਰ ਜਿਹੜਾ ਉਹਦੇ ਵਿੱਚ ਆਲ੍ਹਣਾ ਪਾਉਣਾ ਉਹਦੇ ਮੂੰਹ ਦੇ ਵਿੱਚ, ਉਹ ਅਮਨ ਦਾ ਪ੍ਰਤੀਕ ਆ, ਜ਼ਿੰਦਗੀ ਦਾ ਪ੍ਰਤੀਕ ਆ। ਤੇ ਉਹ ਪ੍ਰਤੀਕ ਹੈਗਾ ਕਿ ਪੀੜ੍ਹੀ ਅੱਗੇ ਤੁਰਦੀ ਆ, ਜ਼ਿੰਦਗੀ ਅੱਗੇ ਤੁਰਦੀ ਆ। ਸੱਚਮੁੱਚ ਹੀ ਬਹੁਤ ਖੂਬਸੂਰਤ ਕਵਿਤਾਵਾਂ ਨੇ ਜਿਹੜੀਆਂ ਉਹਨਾਂ ਦੀਆਂ ਅਮਨ ਨਾਲ ਸੰਬੰਧਿਤ ਆ। ਸਿਰਫ ਇਹ ਕਿ ਵੀ ਵਿਦਿਆਰਥੀਆਂ ਲਈ ਬੜੀ ਜ਼ਰੂਰੀ ਹੁੰਦਾ ਕਿ ਉਹ ਥੋੜ੍ਹਾ ਜਿਹਾ ਜਾਣਨ ਕਿ ਕਿਸ ਕਿਸਮ ਦੀਆਂ ਕਵਿਤਾਵਾਂ ਹੈਗੀਆਂ। ਮੈਂ ਇੱਕ ਅੱਧੀ ਕਵਿਤਾ ਦੇ ਵਿੱਚੋਂ ਇੱਕ ਅੱਧੀ ਲਾਈਨ ਆ ਜਿਹੜੀ ਤੁਹਾਡੇ ਨਾਲ ਇਹਦੇ ਵਿੱਚੋਂ ਸਾਂਝੀ ਕਰਦਾ ਕਿ ਜਿਹੜੀ ਇਹਦੇ ਵਿੱਚ ਕਵਿਤਾ ਹੈਗੀ ਆ ਉਹ ਦਰਸਾਉਂਦੀ ਕੀ ਹੈਗੀ ਆ, ਸਾਨੂੰ ਕਿਸ ਤਰ੍ਹਾਂ ਦੀ ਚੀਜ਼ ਦਰਸਾਉਂਦੀ ਹੈ। ਉਹ ਮੁਹੱਬਤ ਦਾ ਸ਼ਾਇਰ ਆ, ਤੇ ਮੁਹੱਬਤ ਦਾ ਸ਼ਾਇਰ ਹੋਣ ਕਰਕੇ ਉਹ ਇਸ ਚੀਜ਼ ਦੇ ਬਹੁਤ ਖਿਲਾਫ ਆ ਕਿ ਕਿਉਂ ਅਸੀਂ ਆਪਸ ਵਿੱਚ ਦੀ ਲੜੀਏ, ਕਾਹਦੇ ਪਿੱਛੇ ਲੜੀਏ। ਤਾਂ ਪਾਕਿਸਤਾਨ ਨਾਲ ਅਸੀਂ 3 ਜੰਗਾਂ ਲੜ ਹਟੇ। ਪਹਿਲਾਂ ਕਹਿ ਲਓ ਕਿ 47 ਵੇਲੇ ਵੀ ਜੰਗ ਹੀ ਸੀਗੀ, ਤਾਂ 47 ਤੋਂ ਬਾਅਦ ਵੀ ਅਸੀਂ ਬਹੁਤ ਜੰਗ ਲੜੀ, ਫਿਰ 65 ਦੀ ਜੰਗ ਲੜੀ, ਫਿਰ 71 ਦੀ ਜੰਗ ਲੜੀ। ਉਸ ਤੋਂ ਬਾਅਦ ਵੀ ਕਾਰਗਿਲ ਦਾ ਕਾਂਡ ਹੋਇਆ, ਕਾਰਗਿਲ ਤੋਂ ਬਾਅਦ ਕਾਰਗਿਲ ਦੀ ਝੜਪ ਜੀ ਹੋਈ। ਉਸ ਤੋਂ ਬਾਅਦ ਵੀ ਕਹਿ ਲਓ ਕਿ ਏਅਰ ਸਟ੍ਰਾਈਕ ਹੋਇਆ। ਤਾਂ ਉਹਦੇ ਨਾਲ ਸਾਡਾ ਰਿਸ਼ਤਾ ਹਮੇਸ਼ਾ ਤਣਾਅ ਦਾ ਹੀ ਰਹਿੰਦਾ ਹੈਗਾ। ਦੇਸ਼ ਦਾ ਰਿਸ਼ਤਾ ਤਣਾਅ ਦਾ ਰਹਿੰਦਾ ਹੈਗਾ। ਰਾਜਸੀ ਲੋਕ ਕਦੇ ਇੱਕ ਦੂਜੇ ਨੂੰ ਬੁਲਾ ਲੈਂਦੇ ਆ, ਬੱਸਾਂ 'ਤੇ ਸੈਰਾਂ ਕਰ ਲੈਂਦੇ ਨੇ, ਕਦੇ ਇੱਕ ਦੂਸਰੇ ਦੇ ਘਰ ਬਿਰਿਆਨੀ ਖਾ ਆਉਂਦੇ ਆ, ਕਦੇ ਕਿ ਅਚਾਨਕ ਹੀ ਸਾਰਾ ਕੁਝ ਬੰਦ ਕਰ ਦਿੰਦੇ ਆ। ਤਾਂ ਇਸ ਸਥਿਤੀ ਦੇ ਵਿੱਚ ਜਿਹੜੇ ਸਾਹਿਤਕਾਰ ਨੇ ਉਹਦੀ ਇੱਕ ਕਵਿਤਾ ਹੈਗੀ ਆ ਕਿ ਸਾਨੂੰ ਜਦੋਂ ਇੱਕ ਦੂਸਰੇ ਨੂੰ ਮਿਲਣਾ ਪਵੇ ਤਾਂ ਅਸੀਂ ਦਸਤਾਨੇ ਚੜ੍ਹਾ ਕੇ ਨਾ ਮਿਲੀਏ। ਦਸਤਾਨਿਆਂ ਦਾ ਬਿੰਬ ਬਹੁਤ ਸੋਹਣਾ ਹੋਣਾ ਪਾਕਿਸਤਾਨ ਦੇ ਨਾਲ ਇੱਕ ਕਵਿਤਾ ਦੇ ਵਿੱਚ ਦਿੱਤਾ ਹੈਗਾ। ਅਸਲ ਦੇ ਵਿੱਚ ਇਹ ਕਿ ਵਿਸ਼ਿਆਂ ਨੂੰ ਕਵਿਤਾ ਜਦੋਂ ਕਰਦਾ ਹੈਗਾ ਤਾਂ ਉਦੋਂ ਉਹ ਬਹੁਤ ਸੋਹਣਾ ਚੀਜ਼ਾਂ ਮਿਲਦਾ। ਉਹ ਕਵਿਤਾ ਜਿਹੜੀ ਕਿ 12 ਪੇਜ 'ਤੇ ਤੀਸਰੀ ਵਾਰੀ ਮਿਲਣ ਪਿੱਛੋਂ ਉਹ ਵਿਆਖਿਆ ਵੀ ਕਰਦਾ ਕਿ ਤੀਸਰੀ ਵਾਰ ਤੋਂ ਭਾਵ ਇਹ 47, 65 ਤੇ 71 ਦੀ ਦੇਸ਼ ਵੰਡ ਤੇ ਜੰਗ ਦੀ ਗੱਲ ਆ। ਅਸੀਂ ਇਸ ਵਾਰ ਵੀ ਜਦ ਤੀਸਰੀ ਵਾਰੀ ਮਿਲੇ ਤਾਂ ਮੇਰੇ ਯਾਰਾਂ ਦੇ ਦਸਤਾਨੇ ਚੜ੍ਹੇ ਹੱਥੀਂ ਸੀ ਗੁਲਦਸਤੇ, ਉਹਨਾਂ ਨੇ ਖੂਨ ਲਿਬੜੇ ਮੇਰੇ ਹੱਥਾਂ ਨੂੰ ਨਜ਼ਰ ਅੰਦਾਜ਼ ਕਰਕੇ, ਉਵੇਂ ਪਹਿਲੇ ਤਰ੍ਹਾਂ ਹੀ ਖਿੜੇ ਮੱਥੇ ਹੀ ਜੀ ਆਇਆ ਕਿਹਾ ਸੀ। ਉਹਨਾਂ ਦੇ ਦੇਸ਼ ਅੰਦਰ ਜਦ ਸ਼ਹੀਦਾਂ ਦੀ ਕਿਤੇ ਵੀ ਯਾਦਗਾਰ ਆਉਂਦੀ ਤਾਂ ਮੈਂ ਨਜ਼ਰਾਂ 'ਚ ਰਾ ਜਾਂਦਾ। ਜਦੋਂ ਉਸ ਦੇਸ਼ ਦੇ ਅੰਦਰ ਰਹਿ ਕੇ ਮੇਰੇ ਗਿਰਾਂ ਦਾ ਜ਼ਿਕਰ ਛਿੜ ਪੈਂਦਾ ਤਾਂ ਹਰ ਕੋਈ ਗੱਲ ਬੁਲਾ ਜਾਂਦਾ। ਜਦੋਂ ਦੋਸਤਾਂ ਦੇ ਦੇਸ਼ ਵਿੱਚੋਂ ਪਰਤਿਆ ਹਾਂ ਮੈਂ, ਉਹਨਾਂ ਦਾ ਜ਼ਿਕਰ ਸੁਣ ਕੇ ਮੇਰੇ ਬੱਚੇ ਸਦਾ ਕਹਿੰਦੇ ਕਦੇ ਸਾਨੂੰ ਵੀ ਆਪਣੇ ਦੋਸਤਾਂ ਦਾ ਦੇਸ਼ ਦਿਖਲਾਓ, ਕਦੇ ਅਣਦੇਖਿਆ ਭੈਣਾਂ ਭਰਾਵਾਂ ਨਾਲ ਮਿਲਵਾਓ। ਮੈਂ ਸੁਣ ਕੇ ਸਦਾ ਹੀ ਇੱਕ ਦੁਆ ਕਰਦਾ, ਤੁਸੀਂ ਜਦ ਵੀ ਮਿਲੋ ਦਸਤਾਨਿਆਂ ਦੀ ਲੋੜ ਨਾ ਹੋਵੇ, ਨਜ਼ਰ ਵਿੱਚ ਟੇਢ ਨਾ ਹੋਵੇ, ਦਿਲਾਂ ਵਿੱਚ ਜੋੜ ਨਾ ਹੋਵੇ। ਅਸਲ ਦੇ ਵਿੱਚ ਪਾਕਿਸਤਾਨ ਨਾਲ ਸਾਡਾ ਜਿਹੜਾ ਰਿਸ਼ਤਾ ਬਣ ਚੁੱਕਿਆ ਉਹ ਪਿਆਰ ਤੇ ਨਫ਼ਰਤ ਦਾ ਬਣ ਚੁੱਕਿਆ। ਭਾਸ਼ਾ, ਸਾਹਿਤ, ਸੱਭਿਆਚਾਰ, ਸਾਂਝਾ ਇਤਿਹਾਸ ਸਾਨੂੰ ਇੱਕ ਕਰਦਾ। ਦੁੱਲਾ ਸਾਨੂੰ ਇੱਕ ਕਰਦਾ, ਹਜ਼ਰਤ ਮੀਆਂ ਮੀਰ ਸਾਨੂੰ ਇੱਕ ਕਰਦਾ, ਸਾਨੂੰ ਸ਼ੇਖ ਫਰੀਦ ਇੱਕ ਕਰਦਾ, ਸਾਨੂੰ ਬਾਬਾ ਨਾਨਕ ਇੱਕ ਕਰਦਾ, ਸਾਨੂੰ ਮਿਰਜ਼ਾ ਸਾਹਿਬਾਂ ਵੀ ਇੱਕ ਕਰਦੇ ਨੇ, ਸਾਨੂੰ ਦਮੋਦਰ ਇੱਕ ਕਰਦਾ, ਵਾਰਸ ਇੱਕ ਕਰਦਾ। ਪਰ ਵੰਡਦਾ ਕੌਣ ਜੋ ਅਸੀਂ ਇੱਕ ਦੂਸਰੇ ਨਾਲ ਲੜਾਈਆਂ ਲੜਦੇ ਹਾਂ, ਫਿਰਕਿਆਂ ਦੇ ਆਧਾਰ 'ਤੇ ਵੰਡੇ ਜਾਂਦੇ, ਇੱਕ ਦੂਜੇ ਦੇ ਖੂਨ ਦੇ ਪਿਆਸੇ ਹੁੰਦੇ। ਅਤੇ ਉਹ ਹੱਥਾਂ ਨਾਲ ਜਿਹੜੇ ਖੂਨ ਲਿਬੜੇ ਹੱਥ ਆ, ਜਦੋਂ ਅਸੀਂ ਦੋਸਤੀ ਦੇ ਸਮੇਂ ਮਿਲਦੇ ਹਾਂ ਅਤੇ ਫਿਰ ਅਸੀਂ ਇੱਕ ਦੂਜੇ ਤੋਂ ਲੁਕਾਉਣੇ ਆ। ਉਹਦੇ ਲਈ ਉਹਨੇ ਬਹੁਤ ਖੂਬਸੂਰਤ ਜਿਹੜਾ ਬਿੰਬ ਉਹ ਦਸਤਾਨਿਆਂ ਦਾ ਸਿਰਜਿਆ ਹੈ। ਤੋ ਜਗਤਾਰ ਆ ਜਿਹੜਾ ਮੁਹੱਬਤ ਦਾ ਕਵੀ ਆ, ਔਰਤ ਦੇ ਹੱਕ ਦਾ ਕਵੀ ਆ, ਅਮਨ ਦੇ ਹੱਕ ਦਾ ਕਵੀ ਆ, ਹਿੰਦੁਸਤਾਨ ਪਾਕਿਸਤਾਨ ਦੋਸਤੀ ਦੇ ਹੱਕ ਦਾ ਕਵੀ ਆ, ਅਤੇ ਪ੍ਰਗਤੀਵਾਦੀ ਕਵੀ ਆ। ਅਤੇ ਪ੍ਰਗਤੀਵਾਦੀ ਕਵੀ ਵੈਸੇ ਤਾਂ ਇਹ ਉਸ ਸਮੇਂ ਦੀ ਲਹਿਰ ਹੀ ਸੀ ਕਿ ਹਰੇਕ ਹੀ ਬੰਦਾ ਪ੍ਰਗਤੀਵਾਦੀ ਸੀ, ਕਿ ਉਹ ਗਰੀਬਾਂ ਦੇ ਹੱਕ ਦੀ ਗੱਲ ਕਰਦਾ ਸੀ, ਪੂੰਜੀਪਤੀਆਂ ਦਾ ਵਿਰੋਧ ਕਰਦਾ ਸੀ, ਦੇਸ਼ ਦੇ ਵਿੱਚ ਇਨਕਲਾਬ ਦੀ ਗੱਲ ਕਰਦਾ ਸੀ। ਪਰ ਜਿਹੜਾ ਉਹਦਾ ਪ੍ਰਗਤੀਵਾਦ ਹੈਗਾ ਉਹ ਇਕੱਲਾ ਰਵਾਇਤੀ ਪ੍ਰਗਤੀਵਾਦ ਨਹੀਂ, ਸਗੋਂ ਉਹ ਪ੍ਰਗਤੀਵਾਦ ਤੋਂ ਵੀ ਇੱਕ ਕਦਮ ਅੱਗੇ ਜਾਂਦਾ ਹੈ। ਉਹ ਜੁਝਾਰਵਾਦ ਦੀ ਗੱਲ ਕਰਦਾ ਹੈ। ਨਕਸਲਾਈਟ ਦੌਰ ਦੇ ਸਮੇਂ ਉਹਦੀ ਕਿਤਾਬ ਜਿਹੜੀ ਹੈਗੀ ਆ ਉਹ ਲਹੂ ਦੇ ਨਕਸ਼ਾ ਹੀ ਸੀ 1977 ਦੇ ਵਿੱਚ। ਪਰ ਕੁਝ ਜਿਹੜੀਆਂ ਕਵਿਤਾਵਾਂ ਨੇ ਉਹ ਜੰਜੀਰਿਆਂ ਵਿੱਚ ਘਿਰਿਆ ਸਮੁੰਦਰ ਦੇ ਵਿੱਚ ਵੀ ਉਹ ਆਉਂਦੀਆਂ ਹੈਗੀਆਂ। ਤਾਂ ਉਹ ਜੁਝਾਰਵਾਦੀ ਕਵਿਤਾਵਾਂ ਜਿਹੜੀਆਂ ਉਹਨਾਂ ਦੇ ਵਿੱਚ ਜਿਹੜਾ ਸਟੇਟ ਦਾ ਜਿਹੜਾ ਰਾਜ ਸੱਤਾ ਦਾ ਜ਼ੁਲਮ ਆ ਉਸ ਨੂੰ ਉਹ ਬਹੁਤ ਖੂਬਸੂਰਤ ਢੰਗ ਨਾਲ ਪ੍ਰਗਟ ਕੀਤਾ ਹੈਗਾ। ਪ੍ਰਗਤੀਵਾਦੀ ਜਿਹੜੀਆਂ ਕਵਿਤਾਵਾਂ ਉਹ ਉਹਨਾਂ ਦੀਆਂ ਬਹੁਤ ਖੂਬਸੂਰਤ ਹੈਗੀਆਂ ਕਿ ਜਿਨ੍ਹਾਂ ਦੇ ਵਿੱਚ ਉਹ ਸਾਰਾ ਕੁਝ ਹੀ ਬੜੇ ਅੱਛੇ ਢੰਗ ਨਾਲ ਦੱਸਦਾ ਹੈਗਾ। ਇਹ ਵੀ ਉਹ ਦੱਸਦਾ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਬੰਦੇ ਉਹ ਕੁਝ ਦੇਰ ਬਾਅਦ
ਜਿਹੜੀ ਜ਼ਿੰਦਗੀ ਆ ਉਹਨੂੰ ਮਹਿਸੂਸ ਕਰਦੇ ਨੇ। ਉਹ ਲਿਖਦਾ ਕਿ 81 ਦੀ ਮਾਡਲ ਕਵਿਤਾ ਦੇ ਵਿੱਚ ਥੋੜਾ ਜਿਹਾ ਵਿਅੰਗ ਵੀ ਕਰਦਾ ਕਿ ਕੰਧ ਤੇ ਟੰਗੀ ਹੋਈ ਬੰਦੂਕ ਨੂੰ ਜੰਗਾਲ, ਵੇਲਾਂ ਅੰਗੂਰਾਂ ਦੀ ਕਾਵਾਂ ਨੇ ਭਰੀ ਬਿੱਠਾਂ ਦੇ ਨਾਲ, ਵੇਲ ਅੰਗੂਰਾਂ ਦੀ ਕਾਵਾਂ ਨੇ ਭਰੀ ਬਿੱਠਾਂ ਦੇ ਨਾਲ, ਰਾਤ ਭਰ ਸਟਰੀਟ ਲਾਈਟ ਚਿਰਾਂ ਤੋਂ ਗਾਇਬ ਰਹੇ, ਚੋਰ ਤੇ ਕੁੱਤੀ ਰਲੇ, ਨਾ ਕਿਸੇ ਦੇ ਡਰ ਦਾ ਝੇਪ, ਕਰ ਰਹੇ ਪਹਿਰੂ ਹੀ ਰੇਪ, ਕਾਮਰੇਡਾਂ ਦੇ ਘਰਾਂ ਅੰਦਰ ਸਜੀ ਇੱਕ ਹੀ ਥਾਂ ਤਸਵੀਰ ਗਾਂਧੀ ਮਾਓ ਦੀ, ਘਰ ਦਾ ਕੂੜਾ ਹੂੰਝ ਕੇ ਸੁੱਟਣ ਦੀ ਥਾਂ ਅੱਜ ਕੱਲ੍ਹ ਬੀਬੀ ਗੁਆਂਢੀ ਨਾਲ ਹੀ ਲੜਦੀ ਰਹੇ, ਘਰਦਿਆਂ ਜੀਆਂ ਨੂੰ ਘੂਰੇ, ਜੀ 'ਚ ਜੋ ਆਵੇ ਕਹੇ, ਦਿਨ ਬ ਦਿਨ ਘਰ ਭਰ ਰਿਹਾ ਕੂੜੇ ਦੇ ਨਾਲ, ਕੰਧ 'ਤੇ ਟੰਗੀ ਹੋਈ ਬੰਦੂਕ ਨੂੰ ਲੱਗਿਆ ਜੰਗਾਲ। ਸੋ ਅਸਲ ਦੇ ਵਿੱਚ ਕੀ ਆ ਕਿ ਉਹ ਇਨਕਲਾਬ ਦੀ ਗੱਲ ਕਰਦਾ ਹੈ, ਤੇ ਉੱਥੇ ਹੀ ਆਪਣੇ ਹੀ ਜਿਹੜਾ ਵਿਚਾਰਧਾਰਕ ਦੋਸਤ ਨੇ, ਕਾਮਰੇਡ ਨੇ, ਉਹਨਾਂ ਵੱਲ ਵਿਅੰਗ ਟੇਢ ਦੀ ਨਜ਼ਰ ਨਾਲ ਵੀ ਦੇਖਦਾ। ਤੇ ਜਗਤਾਰ ਪ੍ਰਗਤੀਵਾਦ ਨਾਲ ਵੀ ਚੱਲਿਆ, ਜੁਝਾਰਵਾਦ ਨਾਲ ਵੀ ਚੱਲਿਆ, ਤੇ ਉਸ ਤੋਂ ਬਾਅਦ ਵੀ ਇਨਕਲਾਬ ਦੀ ਆਸ ਆ, ਤਬਦੀਲੀ ਦੀ ਆਸ ਆ, ਮਜ਼ਦੂਰਾਂ ਦੀ ਗੱਲ ਆ, ਕਿਰਤੀਆਂ ਦੀ ਗੱਲ ਆ, ਉਹਦੀ ਕਵਿਤਾ ਦੇ ਵਿੱਚ ਸਦਾ ਸ਼ਾਮਲ ਰਹਿੰਦੀ ਹੈ। ਫਿਰਕੂ ਸਦਭਾਵਨਾ ਦੀ ਗੱਲ ਉਹਦੀ ਕਵਿਤਾ ਦੇ ਵਿੱਚ ਸਦਾ ਸ਼ਾਮਲ ਰਹੀ ਆ। ਉਹ ਚਾਹੇ ਮੀਆਂ ਮੀਰ ਦੇ ਹਵਾਲੇ ਨਾਲ ਹੋਵੇ ਤੇ ਚਾਹੇ ਉਹ ਕਿਸੇ ਦਰਗਾਹ ਦੀ ਜ਼ਿਆਰਤ ਨਾਲ ਸੰਬੰਧਿਤ ਹੋਵੇ। ਜਦੋਂ ਅਸੀਂ ਉਹਦੀਆਂ ਕਵਿਤਾਵਾਂ ਤੇ ਉੱਤੇ ਨਜ਼ਰ ਮਾਰਦੇ ਹਾਂ, ਜਦੋਂ ਉਹਦੀਆਂ ਗਜ਼ਲਾਂ ਦੇ ਸ਼ੇਅਰਾਂ ਉੱਤੇ ਨਜ਼ਰ ਮਾਰਦੇ ਹਾਂ, ਤਾਂ ਬਹੁਤ ਉਹਦੇ ਕੋਲ ਖੂਬਸੂਰਤ ਬਿੰਬ ਨੇ। ਉਹ ਬਿੰਬ ਕਈ ਵਾਰ ਤਾਂ ਇਹ ਲੱਗਦਾ ਕਿ ਇਹੋ ਜਿਹੇ ਬਿੰਬ ਆ ਜਿਹੜੇ ਉਹ ਜਗਤਾਰ ਹੀ ਸਿਰਜ ਸਕਦਾ, ਕਿ ਉਹਦਾ ਬਿੰਬ ਹੈਗਾ ਕਿ ਛਤਰੀ ਵਾਂਗ ਇਕੱਠਾ ਹੋ ਗਿਆ, ਸੱਚਮੁੱਚ ਹੀ ਛਤਰੀ ਵਾਂਗ ਇਕੱਠਾ ਹੋਣਾ। ਜਗਤਾਰ ਸੱਚਮੁੱਚ ਹੀ ਵੱਡਾ ਸ਼ਾਇਰ ਆ। ਉਸ ਦੀ ਸ਼ਾਇਰੀ ਨੂੰ ਅਸੀਂ ਜਦੋਂ ਵੀ ਪੜ੍ਹਦੇ ਹਾਂ ਉਹਦੇ ਵਿੱਚੋਂ ਨਵੇਂ ਅਰਥ ਉਜਾਗਰ ਹੁੰਦੇ ਆ। ਇਹ ਜਿਹੜਾ ਜੰਜੀਰਿਆਂ ਵਿੱਚ ਘਿਰਿਆ ਸਮੁੰਦਰ ਆ, ਇਹਦੇ ਵਿੱਚ 36 ਨਜ਼ਮਾਂ ਨੇ, ਤੇ ਕੋਈ ਲਗਭਗ 36 ਨਜ਼ਮਾਂ ਨੇ ਤੇ 32 ਜਿਹੜੀਆਂ ਉਹ ਇਹਦੇ ਵਿੱਚ ਗਜ਼ਲਾਂ ਨੇ। ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਦੀਆਂ ਗਜ਼ਲਾਂ ਦੇ ਜਿਹੜੇ ਸ਼ੇਅਰ ਨੇ ਉਹ ਇੰਨੇ ਖੂਬਸੂਰਤ ਨੇ, ਉਹ ਵਜਨ ਤੇ ਬਹਿਰ ਪੱਖੋਂ ਵੀ ਬਹੁਤ ਕਮਾਲ ਨੇ, ਤੇ ਉਹ ਉਹਦੇ ਖਿਆਲ ਪੱਖੋਂ ਵੀ ਬਹੁਤ ਕਮਾਲ ਨੇ। ਸਿਰਫ ਮੈਂ ਕੁਝ ਸ਼ੇਅਰ ਤੁਹਾਡੇ ਨਾਲ ਇਸ ਕਰਕੇ ਸਾਂਝੇ ਕਰਨਾ ਚਾਹੁੰਦਾ ਕਿ ਤੁਸੀਂ ਉਹਦੇ ਨਜ਼ਮਾਂ ਬਾਰੇ ਤਾਂ ਬਹੁਤ ਗੱਲ ਕਰ ਲਈ, ਉਹਦੀ ਗਜ਼ਲ ਦੇ ਜਿਹੜੀ ਸ਼ੇਅਰਾਂ ਦੇ ਵਿੱਚ ਗਜ਼ਲੀਅਤ ਆ ਉਹ ਜ਼ਰੂਰ ਉਹਨਾਂ ਨੂੰ ਤੁਸੀਂ ਮਾਣੋ। ਰੁੱਖ ਹੇਠਾਂ ਛੁਪ ਕੇ ਕਦ ਤੱਕ ਆਪਣਾ ਆਪ ਬਚਾਏਂਗਾ, ਰੰਗਾਂ ਦੀ ਵਾਛੜ ਵਿੱਚ ਇੱਕ ਦਿਨ ਵੇਖ ਲਵੀਂ ਭਿੱਜ ਜਾਏਂਗਾ। ਉਹਦੇ ਵਿੱਚ ਇੱਕ ਸ਼ੇਅਰ ਆ ਕਿ ਦਿਲ ਦਾ ਸ਼ੀਸ਼ਾ ਤੋੜ ਕੇ ਜਾਵਣ ਵਾਲੇ ਇੰਨਾ ਭੁੱਲੀ ਨਾ, ਦਿਲ ਦਾ ਸ਼ੀਸ਼ਾ ਤੋੜ ਕੇ ਜਾਵਣ ਵਾਲੇ ਇੰਨਾ ਭੁੱਲੀ ਨਾ, ਕਿਰਚਾਂ ਹੋਣਗੀਆਂ ਹਰ ਪਾਸੇ ਜਿਸ ਰਸਤੇ ਵੀ ਜਾਏਂਗਾ, ਕਿਰਚਾਂ ਹੋਣਗੀਆਂ ਹਰ ਪਾਸੇ ਜਿਸ ਰਸਤੇ ਵੀ ਜਾਏਂਗਾ। ਇੰਨਾ ਖੂਬਸੂਰਤ ਆ ਕਿ ਦਿਲ ਦਾ ਸ਼ੀਸ਼ਾ ਟੁੱਟਣਾ ਤੇ ਫਿਰ ਉਹਦੀਆਂ ਕਿਰਚਾਂ ਵੀ ਖਿਰੰਡਣਗੀਆਂ। ਤਾਂ ਉਹਦੇ ਵਿੱਚ ਇੱਕ ਅਲਾਂਭਾ ਵੀ ਹੈ, ਇੱਕ ਸ਼ਿਕਵਾ ਵੀ ਹੈ, ਇੱਕ ਕਿਹਾ ਜਾ ਸਕਦਾ ਹੈ ਕਿ ਇੱਕ ਉਹਦੇ ਵਿੱਚ ਅਲਾਂਭਾ ਸ਼ਿਕਵੇ ਦੇ ਨਾਲ ਨਾਲ ਇੱਕ ਨਸੀਹਤ ਵੀ ਆ, ਤੇ ਉਹਦੇ ਵਿੱਚ ਇੱਕ ਵੰਗਾਰ ਵੀ ਹੈ ਕਿ ਜਿਹੜੇ ਰਸਤੇ ਵੀ ਜਾਏਗਾ ਤੇਰੇ ਪੈਰਾਂ ਦੇ ਵਿੱਚ ਜਿਹੜੀਆਂ ਕਿਰਚਾਂ ਚੁਭਣਗੀਆਂ। ਤਾਂ ਦਿਲ ਨੂੰ ਸ਼ੀਸ਼ੇ ਨਾਲ, ਫਿਰ ਸ਼ੀਸ਼ੇ ਦੀਆਂ ਕਿਰਚਾਂ, ਫਿਰ ਉਹਨੂੰ ਰਸਤੇ ਦੇ ਵਿੱਚ ਖੰਡਾਉਣਾ। ਇਸ ਕਿਸਮ ਦੀ ਜਿਹੜੇ ਉਹਦੀ ਗਜ਼ਲ ਦਾ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਹੋਰ ਉਹਦਾ ਸਾਂਝਾ ਕਰਦਾ ਕਿ ਜਿਹੜਾ ਬਹੁਤ ਖੂਬਸੂਰਤ ਸ਼ੇਅਰ ਆ, ਮੈਨੂੰ ਬੜਾ ਪਿਆਰਾ ਹੈ। ਖੰਜਰ ਦੀ ਨੋਕ ਅੱਗੇ ਬਿੱਜਾ ਗੁਲਾਬ ਡਿੱਠਾ, ਯਾਰ ਅੱਬਾ ਤੂੰ ਖੈਰ ਕਰੀ ਕੈਸਾ ਹੈ ਖਾਬ ਡਿੱਠਾ। ਜਿਹੜਾ ਧਿਆਨ ਦੇਣਾ ਸ਼ੇਅਰ ਵੱਲ। ਲਿਖ ਲਿਖ ਕੇ ਨਾਮ ਉਸਦਾ ਹਰਫਾਂ ਨੂੰ ਚੁੰਮ ਲੈਣਾ, ਜਿਸ ਦਾ ਮੈਂ ਮੁੱਦਤਾਂ ਤੋਂ ਚਿਹਰਾ ਨਾ ਖਾਬ ਡਿੱਠਾ। ਲਿਖ ਲਿਖ ਕੇ ਨਾਮ ਉਸਦਾ ਹਰਫਾਂ ਨੂੰ ਚੁੰਮ ਲੈਣਾ, ਜਿਸ ਦਾ ਮੈਂ ਮੁੱਦਤਾਂ ਤੋਂ ਚਿਹਰਾ ਨਾ ਖਾਬ ਡਿੱਠਾ। ਸੱਚਮੁੱਚ ਹੀ ਇਹ ਪੁਰਾਣੀ ਗੁਆਚੀ ਮੁਹੱਬਤ ਬਾਰੇ ਉਹਦਾ ਬਹੁਤ ਖੂਬਸੂਰਤ ਸ਼ੇਅਰ ਹੈ। ਇਸੇ ਤਰ੍ਹਾਂ ਦਾ ਸ਼ੇਅਰ ਹੈ, ਕਿਸ ਦਾ ਨਾਮ ਆਇਆ ਕਿ ਜੁਗਨੂ ਬਣ ਗਈ ਮੇਰੀ ਨਜ਼ਰ, ਕਿਸ ਦੀ ਯਾਦ ਆਈ ਕਿ ਬੰਜਰ ਅੱਖ ਵੀ ਤਰ ਹੋ ਗਈ। ਜਿਸ 'ਚ ਤੇਰੇ ਖਤ ਸੀ, ਫੋਟੋ ਸੀ, ਪਤਾ ਸੀ, ਉਹ ਕਿਤਾਬ ਡਰਦਿਆਂ ਪਤਨੀ ਤੋਂ ਖਬਰੇ ਕਿਸ ਜਗ੍ਹਾ ਧਰ ਹੋ ਗਈ। ਹੁਣ ਇਸ ਕਿਸਮ ਦੇ ਜਿਹੜੇ ਸ਼ੇਅਰ ਨੇ ਉਹ ਜਗਤਾਰ ਦੀ ਸ਼ੇਅਰਾਂ
ਦੇ ਵਿੱਚ ਥਾਂ ਥਾਂ ਤੇ ਉਹਦੀਆਂ ਗਜ਼ਲਾਂ ਦੇ ਵਿੱਚ ਇਹੋ ਜਿਹੇ ਸ਼ੇਅਰ ਪਏ ਨੇ ਜਿਹੜੇ ਸਾਨੂੰ ਇਹ ਦੱਸਦੇ ਨੇ ਕਿ ਜਗਤਾਰ ਕੋਲ ਗੱਲ ਕਹਿਣ ਦਾ ਹੁਨਰ ਆ, ਗੱਲ ਕਹਿਣ ਦਾ ਵੱਲ ਆ, ਉਹਨੂੰ ਇਹ ਗੱਲ ਕਹਿਣੀ ਆਉਂਦੀ ਆ। ਪਰ ਇਹ ਵੀ ਆ ਕਿ ਉਹਦੇ ਕੋਲ ਪ੍ਰਗਤੀਵਾਦੀ ਮੁਹਾਵਰੇ ਦੀ ਕੁਝ ਸ਼ੇਅਰ ਤੁਹਾਡੇ ਨਾਲ ਸਾਂਝੇ ਕਰਦਾ ਕਿ ਸਿਰਫ ਨਜ਼ਮਾਂ ਵਿੱਚ ਵੀ ਨਹੀਂ, ਗਜ਼ਲਾਂ ਦੇ ਵਿੱਚ ਵੀ ਉਹਦੇ ਸ਼ੇਅਰ ਕਿਸ ਤਰ੍ਹਾਂ ਜੁਝਾਰ ਦੀ ਗੱਲ ਕਰਦੇ ਆ, ਜੂਝਣ ਦੀ ਗੱਲ ਕਰਦੇ ਆ, ਇਨਕਲਾਬ ਦੀ ਗੱਲ ਕਰਦੇ ਆ, ਤਬਦੀਲੀ ਦੀ ਗੱਲ ਕਰਦੇ ਆ। 3 ਸ਼ੇਅਰ ਇਹਦੇ ਵਿੱਚ ਸਾਂਝੇ ਕਰਨੇ ਆ। ਇੱਕ ਦਿਨ ਹਿਸਾਬ ਲੈਣਾ ਲੋਕਾਂ ਨੇ ਇਸ ਲਹੂ ਦਾ, ਤਾਕਤ 'ਚ ਮਸਤ ਦਿੱਲੀ ਹਾਲੇ ਤਾਂ ਬੇਖਬਰ ਹੈ। ਕੋਇਲ ਦੇ ਸੁਰ ਦਾ ਲੂਹਾ ਜਗ ਬੁਝ ਟਟਹਿਣਿਆਂ ਦੀ ਹੈ, ਦਰਦ ਦੀ ਹੀ ਸੂਰਤ ਸਾਡੀ ਹੀ ਕਮ ਨਜ਼ਰ ਹੈ। ਮੀਨਾਰ ਮਮਟੀਆਂ ਤੇ ਬੈਠੇ ਨੇ ਗਿੱਧ ਇੱਥੇ, ਕਿਉਂ ਮੌਤ ਦਾ ਬਸੇਰਾ ਹਰ ਘਰ ਹੈ, ਹਰ ਨਗਰ ਹੈ। ਇਸ ਤਰ੍ਹਾਂ ਉਹਦੀ ਗਜ਼ਲ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਹੈਗੇ ਆ ਕਿ ਜਿੱਥੇ ਉਹ ਵਾਰ-ਵਾਰ, ਜਿਵੇਂ ਪਹਿਲਾਂ ਅਸੀਂ ਗੱਲ ਕੀਤੀ ਮੀਆਂ ਮੀਰ ਦੀ ਗੱਲ ਕੀਤੀ ਜਾਂ ਫਿਰਕੂ ਸਦਭਾਵਨਾ ਦੀ ਗੱਲ ਕੀਤੀ, ਇਸੇ ਤਰ੍ਹਾਂ ਦੀ ਉਹਦੀ ਇੱਕ ਸ਼ੇਅਰ ਹੈਗਾ ਕਿ ਬੜੇ ਹੀ ਲੋਕ ਨੇ ਭੋਲੇ ਜੋ ਹਰ ਵਾਰ ਹੀ ਨੇ ਫਸ ਜਾਂਦੇ, ਸਿਆਸਤ ਜਾਲ ਲਾ ਬੈਠੀ ਮਸੀਤਾਂ ਮੰਦਰਾਂ ਅੰਦਰ। ਸੱਚਮੁੱਚ ਹੀ ਜਗਤਾਰ ਆ ਜਿਹੜਾ ਉਹ ਸਾਡਾ ਇੱਕ ਵੱਡਾ ਸ਼ਾਇਰ ਆ ਕਿ ਜਿਹਦੇ ਕੋਲ ਪੰਜਾਬੀ ਗਜ਼ਲ ਦੇ ਵਿੱਚ ਜੇ ਅਸੀਂ ਗੱਲ ਕਰੀਏ, ਪੰਜਾਬੀ ਗਜ਼ਲ ਭਾਵਾਂ ਕਿਹਾ ਜਾਂਦਾ ਹੈ ਕਿ ਇਹਦੀ ਕੋਈ ਉਮਰ ਬਹੁਤੀ ਲੰਮੀ ਨਹੀਂ। ਜਿਹੜਾ ਪਹਿਲਾ ਦੀਵਾਨ ਛਪਦਾ ਉਹ ਮੌਲਾ ਬਖਸ਼ ਕੁਸ਼ਤਾ ਦਾ ਛਪਦਾ ਹੈ। ਕੁਝ ਜਿਹੜੀਆਂ ਗਜ਼ਲਾਂ ਉਹ ਮੀਆਂ ਮੁਹੰਮਦ ਬਖਸ਼ ਦੀਆਂ ਕਿਹਾ ਜਾਂਦਾ ਕਿ ਉਹਦੇ ਵਿੱਚ ਕੁਝ ਗਜ਼ਲ ਵਰਗੇ ਸ਼ੇਅਰ ਮਿਲਦੇ ਨੇ। ਪਰ ਪੰਜਾਬੀ ਜਿਹੜੀ ਗਜ਼ਲ ਹੈਗੀ ਆ ਉਹਦੇ ਵਿੱਚ ਕਹਿ ਸਕਦੇ ਹਾਂ ਕਿ ਮੋਹਨ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਈਸ਼ਵਰ ਚਿੱਤਰਕਾਰ, ਬਾਵਲਵੰਤ, ਇਹਨਾਂ ਨੇ ਕੁਝ ਗਜ਼ਲਾਂ ਲਿਖੀਆਂ। ਪਰ ਜਿਹੜਾ ਗਜ਼ਲ ਨੂੰ ਇੱਕ ਨਵਾਂ ਰੂਪ ਦੇਣਾ ਸੀਗਾ, ਉਸ ਸਮੇਂ ਜਗਤਾਰ ਪੰਜਾਬੀ ਗਜ਼ਲ ਵਿੱਚ ਆਉਂਦਾ। ਇਹ ਵੀ ਇੱਕ ਕਿਹਾ ਜਾ ਸਕਦਾ ਕਿ ਚੰਗੀ ਗੱਲ ਸੀ ਕਿ ਉਹ ਜਿਹੜੀ ਪੰਜਾਬੀ ਵਿੱਚ ਗਜ਼ਲ ਆਈ ਆ ਉਹ ਉਰਦੂ ਤੋਂ ਆਈ ਆ, ਅਤੇ ਜਗਤਾਰ ਆ ਜਿਹੜਾ ਉਹ ਉਰਦੂ ਫਾਰਸੀ ਦਾ ਗਿਆਤਾ ਵੀ ਸੀ ਅਤੇ ਉਹਨੇ ਬਹੁਤ ਸਾਰਾ ਜਿਹੜਾ ਉਹ ਉਰਦੂ ਦਾ ਸਾਹਿਤ ਆ ਉਹ ਪੰਜਾਬੀ ਦੇ ਵਿੱਚ ਅਨੁਵਾਦ ਵੀ ਕੀਤਾ। ਅਤੇ ਜਿਹੜੀਆਂ ਗਜ਼ਲਾਂ ਫਾਰਸੀ ਉਰਦੂ ਅੱਖਰਾਂ ਜਾਂ ਫਾਰਸੀ ਅੱਖਰਾਂ ਦੇ ਵਿੱਚ ਸੀਗੀਆਂ, ਸ਼ਾਹਮੁਖੀ ਜਿਹਨੂੰ ਲਿਪੀ ਕਹਿੰਦੇ ਆ, ਉਹਨਾਂ ਦਾ ਲਿਪੀ ਅੰਤਰ ਵੀ ਕੀਤਾ। ਇਸ ਕਰਕੇ ਉਹ ਪੰਜਾਬੀ ਗਜ਼ਲ ਦੇ ਮਜ਼ਾਜ ਨੂੰ ਵੀ ਸਮਝਦਾ ਸੀ ਅਤੇ ਉਹਦੇ ਕੋਲੇ ਪੁਰਾਣੀ ਪਰੰਪਰਾ ਵੀ ਸੀਗੀ। ਤਾਂ ਉਸ ਕਾਰਨ ਕਰਕੇ ਉਹਨਾਂ ਨੇ ਖੁਦ ਆਪਣੇ ਉਸਤਾਦ ਵੀ ਧਾਰਿਆ। ਅਤੇ ਉਹ ਉਸ ਸਮਾਂ ਜ਼ਮਾਨਾ ਸੀਗਾ ਕਿ ਜਦੋਂ ਜਿਹੜਾ ਜਲੰਧਰ ਆ ਉਹ ਇੱਕ ਤਰ੍ਹਾਂ ਦਾ ਸ਼ਾਇਰਾਂ ਦਾ ਅੱਡਾ ਸੀਗਾ ਅਤੇ ਉੱਥੇ ਜਿਹੜੇ ਸ਼ਾਇਰ ਆ ਉਹ ਇਕੱਠੇ ਹੁੰਦੇ ਸੀਗੇ। ਅਤੇ ਉਹਨੇ ਦੀਨਾਨਾਥ ਨੂੰ ਆਪਣਾ ਕਹਿ ਸਕਦੇ ਹਾਂ ਕਿ ਉਸਤਾਦ ਵੀ ਧਾਰਿਆ, ਕਿਉਂਕਿ ਜਿਹੜੇ ਉਸ ਸਮੇਂ ਦੇ ਉਰਦੂ ਸ਼ਾਇਰ ਸੀਗੇ ਉਹ ਸਮਝਦੇ ਸੀ ਕਿ ਪੰਜਾਬੀ ਦੇ ਵਿੱਚ ਸ਼ਾਇਦ ਗਜ਼ਲ ਨਹੀਂ ਕਹੀ ਜਾ ਸਕਦੀ ਗੀ। ਅਤੇ ਉਹ ਦੌਰ ਸੀਗਾ ਕਿ ਜਿਹੜਾ ਦੌਰ ਸਾਹਿਰ ਲੁਧਿਆਣਵੀ ਦਾ ਦੌਰ ਸੀ, ਜਿਹੜਾ ਦੌਰ ਫਿਕਰ ਤੌਸਵੀ ਦਾ ਦੌਰ ਸੀਗਾ, ਉਸ ਦੌਰ ਦੇ ਵਿੱਚ ਇਹ ਵੀ ਕਿਹਾ ਜਾਂਦਾ ਸੀ ਕਿ ਪੰਜਾਬੀ ਵਿੱਚ ਸ਼ਾਇਦ ਗਜ਼ਲ ਨਹੀਂ ਲਿਖੀ ਜਾ ਸਕਦੀ। ਜਗਤਾਰ ਨੇ ਇਹ ਕਹਿ ਸਕਦੇ ਹਾਂ ਕਿ ਚੁਣੌਤੀ ਕਬੂਲ ਕੀਤੀ ਅਤੇ ਪੰਜਾਬੀ ਦੇ ਵਿੱਚ ਜਿਹੜੀ ਗਜ਼ਲ ਆ ਉਹ ਨਾ ਕੇਵਲ ਉਹਨਾਂ ਨੇ ਖੁਦ ਲਿਖੀ, ਸਗੋਂ ਉਹਨਾਂ ਨੇ ਉਹ ਸਮਝਾਇਆ ਵੀ ਕਿ ਪੰਜਾਬੀ ਦੇ ਵਿੱਚ ਜੇ ਅਸੀਂ ਗਜ਼ਲ ਲਿਖਣੀ ਆ ਤਾਂ ਉਹਦੇ ਵਿੱਚ ਵਜ਼ਨ ਮੀਟਰ ਕੀ ਹੋਣਾ ਚਾਹੀਦਾ। ਅਤੇ ਪੰਜਾਬੀ ਗਜ਼ਲ ਨੂੰ ਉਹਨਾਂ ਦੀ ਦੇਣ ਆ ਜਿਹੜੀ ਉਹ ਬੜੀ ਮਹੱਤਵਪੂਰਨ ਹੈਗੀ ਆ। ਤਾਂ ਇੱਕ ਤਰ੍ਹਾਂ ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਹੜੀ ਜੰਜੀਰਿਆਂ ਵਿੱਚ ਘਿਰਿਆ ਆਦਮੀ ਆ ਉਹ ਇੱਕ ਤਰ੍ਹਾਂ ਨਾਲ ਜਗਤਾਰ ਦਾ ਪ੍ਰਤੀਨਿਧ ਸੰਗ੍ਰਹਿ ਜਾਂ ਪ੍ਰਤੀਨਿਧ ਰਚਨਾ ਵੀ ਕਹੀ ਜਾ ਸਕਦੀ ਆ, ਕਿਉਂਕਿ ਲਗਭਗ ਉਹਨਾਂ ਦੇ ਜੀਵਨ ਦੇ ਉਸ ਸਮੇਂ ਆਉਂਦੀ ਆ ਕਿ ਜਿਹਨੂੰ ਕਹਿ ਸਕਦੇ ਹਾਂ ਕਿ ਅੱਧ ਵਿਚਕਾਰ ਆਉਂਦੀ ਆ। ਜੇ ਉਹਨਾਂ ਨੇ 57 ਵਿੱਚ ਪਹਿਲੀ ਲਿਖੀ ਅਤੇ 2006 ਵਿੱਚ ਆਖਰੀ ਸੰਗ੍ਰਹਿ ਆਉਂਦਾ ਹੈ ਅਤੇ ਇਹਦੇ ਦਰਮਿਆਨ 85 ਲਗਭਗ ਅੱਧ ਜਿਹਾ ਬਣਦਾ ਹੈ ਕਿ ਜਿਸ ਸਮੇਂ ਉਹਨਾਂ ਨੇ ਇਹ ਰਚਨਾ ਰਚੀ। ਦੂਜਾ ਇੱਕ ਇਹਦੇ ਵਿੱਚ ਜਿਹੜੇ ਉਹਦੇ ਰਵਾਇਤੀ ਰੰਗ ਨੇ, ਮੁਹੱਬਤ ਉਹਦਾ ਰਵਾਇਤੀ ਰੰਗ ਆ, ਪ੍ਰਗਤੀਵਾਦ ਰਵਾਇਤੀ ਰੰਗ ਆ, ਅਮਨ ਉਹਦਾ ਰਵਾਇਤੀ ਰੰਗ ਆ, ਉਹ ਤਿੰਨੇ ਰੰਗ ਵੀ ਇਹਦੇ ਵਿੱਚ ਵਿਦਮਾਨ ਨੇ। ਅਤੇ ਜਿਹੜੇ ਉਹਨਾਂ ਨੇ ਦੋਵਾਂ ਵਿਧਾਵਾਂ ਦੇ ਵਿੱਚ ਲਿਖਿਆ ਕਿ ਜ਼ਿਆਦਾਤਰ ਗਜ਼ਲ ਅਤੇ ਆਜ਼ਾਦ ਨਜ਼ਮ ਜਾਂ ਖੁੱਲ੍ਹੀ ਕਵਿਤਾ, ਤਾਂ ਦੋਵੇਂ ਇਹਦੇ ਵਿੱਚ ਵਿਧਾਵਾਂ ਵੀ ਹਾਜ਼ਰ ਨੇ। ਆਪਣੇ ਆਪ ਦੇ ਵਿੱਚ ਇਹ ਜਿਹੜਾ ਸੰਗ੍ਰਹਿ ਹੈਗਾ ਉਹ ਬੜਾ ਮਹੱਤਵਪੂਰਨ ਬਣਦਾ ਅਤੇ ਇਸ ਦੇ ਨਾਲ ਪੰਜਾਬੀ ਜਿਹੜੀ ਸ਼ਾਇਰੀ ਆ
ਉਹ ਇੱਕ ਕਹਿ ਸਕਦੇ ਹਾਂ ਕਿ ਪੜਾਅ ਅੱਗੇ ਤੁਰਦੀ ਆ। ਜਗਤਾਰ ਨਿਸ਼ਚੇ ਹੀ ਸਾਡਾ ਵੱਡਾ ਸ਼ਾਇਰ ਆ। ਤਾਂ ਜਗਤਾਰ ਦੀ ਜਿਹੜਾ ਅੱਜ ਜਿਹੜੀਆਂ ਗੱਲਾਂ ਅਸੀਂ ਜਗਤਾਰ ਬਾਰੇ ਕੀਤੀਆਂ, ਉਹ ਜਗਤਾਰ ਦੇ ਹੀ ਸ਼ੇਅਰਾਂ ਦੇ ਨਾਲ ਇਹਨਾਂ ਨੂੰ ਖ਼ਤਮ ਕਰਨਾ ਚਾਹੀਦਾ। ਅਤੇ ਮੈਂ ਉਹ ਸ਼ੇਅਰ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਸੀਗਾ ਕਿ ਜਿਹੜੇ ਸ਼ੇਅਰਾਂ ਦੇ ਵਿੱਚ ਉਹ ਇੱਕ ਤਰ੍ਹਾਂ ਨਾਲ ਕਿਹਾ ਜਾ ਸਕਦਾ ਕਿ ਪੰਜਾਬੀ ਦੀ ਗੱਲ ਕਰਦੇ ਆ, ਪੰਜਾਬ ਦੀ ਗੱਲ ਕਰਦੇ ਆ ਅਤੇ ਪੰਜਾਬ ਦੇ ਬਾਰੇ ਗੱਲ ਕਰਦੇ ਆ। ਬਹੁਤ ਹੀ ਖੂਬਸੂਰਤ ਹੈ। ਪੂਰੀ ਗਜ਼ਲ ਹੀ ਪੜ੍ਹਨ ਨੂੰ ਜੀ ਕਰਦਾ ਕਿ ਸਾਹ ਨਾ ਭਾਵੇਂ ਲੈਣ ਦਿੱਤਾ ਜਾਬਰਾਂ ਦੀ ਦਾਬ ਨੇ, ਫੇਰ ਵੀ ਹਿੰਮਤ ਨਹੀਂ ਹਾਰੀ ਕਦੇ ਪੰਜਾਬ ਨੇ। ਮੁਰਦਿਆਂ ਦੇ ਮੂੰਹ ਕਦੀ ਗੰਗਾ ਨੇ ਪਾਈ ਬੂੰਦ ਨਾ, ਜ਼ਿੰਦਗੀ ਬਖਸ਼ੀ ਹੈ ਖਦਰਾਣੇ ਦੀ ਹੈ ਪਰ ਢਾਬ ਨੇ। ਖਦਰਾਣੇ ਦੀ ਢਾਬ ਮੁਕਤਸਰ, ਸ੍ਰੀ ਮੁਕਤਸਰ ਸਾਹਿਬ ਵੱਲ ਸੰਕੇਤ, 40 ਮੁਕਤਿਆਂ ਦੀ ਧਰਤੀ ਵੱਲ ਸੰਕੇਤ। ਕੀ ਪਤਾ ਹੈ ਬਾਜਾਂ ਨੂੰ ਇੱਕ ਇੱਕ ਤੀਲ ਰੱਖ ਕੇ ਰੀਝ ਨਾਲ, ਹਰ ਪਰਿੰਦੇ ਨੇ ਲਏ ਕਿਸ ਕਿਸ ਤਰ੍ਹਾਂ ਦੇ ਖਾਬ ਨੇ। ਵੇਖ ਕੇ ਖੰਡਰਾਤ 'ਤੇ ਬੈਠੇ ਕਬੂਤਰ ਜਾਪਦੇ, ਖੂਬਸੂਰਤ ਖਤ ਨੇ ਤੇਰੇ ਜਾਂ ਇਹ ਮੇਰੇ ਖਾਬ ਨੇ। ਨੀਂਦਰੀ ਮਿੱਟੀ ਦੇ ਵਿੱਚ ਸੁੱਤਾ ਹੈ ਗੰਗਾ ਦਾ ਹਜੂਮ, ਕਾਲੀਆਂ ਟਾਹਣਾਂ ਦੀ ਅੱਖਾਂ 'ਚ ਸੂਹੇ ਖਾਬ ਨੇ। ਕਾਲੀਆਂ ਟਾਹਣਾਂ ਦੀ ਅੱਖਾਂ ਵਿੱਚ ਖੂਬਸੂਰਤ ਖਾਬ ਨੇ। ਜਗਤਾਰ, ਜਿਹਦੇ ਬਾਰੇ ਅਕਸਰ ਕਿਹਾ ਜਾਂਦਾ ਕਿ ਉਹ ਅਧੂਰੇਪਨ, ਉਦਾਸੀ ਜਾਂ ਕਿ ਜਿਵੇਂ ਉਹਦੇ ਉਹਨਾਂ ਦੇ ਸੰਗ੍ਰਹਿਆਂ ਦੇ ਨਾਂ ਹੈ ਛਾਂਗਿਆ ਰੁੱਖ ਜਾਂ ਤਲਖੀਆਂ ਰੰਗੀਨੀਆਂ, ਇਸ ਤਰ੍ਹਾਂ ਦੇ ਅਰਥ ਕਈ ਵਾਰ ਕੀਤੇ ਜਾਂਦੇ ਆ। ਪਰ ਮੈਨੂੰ ਲੱਗਦਾ ਕਿ ਉਸ ਸ਼ਾਇਰ ਦੇ ਵਿੱਚ ਇੱਕ ਅਜਿਹਾ ਜਜ਼ਬਾ ਸੀ ਜਿਹੜਾ ਜ਼ਿੰਦਗੀ ਦੇ ਵਿੱਚ, ਮੁਹੱਬਤ ਦੇ ਵਿੱਚ ਅਤੇ ਇਨਕਲਾਬ 'ਚ ਯਕੀਨ ਰੱਖਦਾ ਸੀ। ਇਹਨਾਂ ਸ਼ਬਦਾਂ ਦੇ ਨਾਲ ਜੰਜੀਰਿਆਂ ਵਿੱਚ ਘਿਰਿਆ ਸਮੁੰਦਰ ਬਾਰੇ ਮੈਂ ਆਪਣੀ ਗੱਲ ਨੂੰ ਵਿਰਾਮ ਦਿੰਦਾ।